ਵਾਹਿਗੁਰੂ ਸਾਹਿਬ ਜੀ। ਬਿਨ ਸਤਿਗੁਰ ਕਿਨੈ ਨ ਪਾਇਓ, ਬਿਨ ਸਤਿਗੁਰ ਕਿਨੈ ਨ ਪਾਇਆ। ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ। ਗੁਰੂ ਗਰੀਬ ਨਿਵਾਸ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਰਹਿਨੁਮਾਈ ਹੇਠ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤ ਸੰਗੀ ਜਨੋ, ਆਓ ਸਾਹਿਬਾਂ ਦੀ ਪਾਵਨ ਗੁਰਬਾਣੀ ਸਿੱਖਿਆ, ਜਿਸ ਨਾਲ ਆਪਾਂ ਹਰ ਰੋਜ਼ ਕੁਝ ਕੁ ਪਲਾਂ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਜਿੰਨੀ ਕੁ ਸਤਿਗੁਰੂ ਸਮੱਤ ਬਖਸ਼ਦੇ ਨੇ, ਆਓ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਕੁਝ ਸਮਝਣ, ਸਿੱਖਣ ਅਤੇ ਮੰਨਣ ਦਾ ਯਤਨ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਾਰ, ਜਿਹਨੂੰ ਅਸੀਂ ਆਸਾ ਕੀ ਵਾਰ ਦਾ ਨਾਮ ਦਿੰਦੇ ਹਾਂ, ਜਾਂ ਸਾਨੂੰ ਗੁਰਬਾਣੀ ਵਿੱਚੋਂ ਸਿਰਲੇਖ ਮਿਲਦਾ ਹੈ। ਆਸਾ ਕੀ ਵਾਰ ਅਤੇ ਆਸਾ ਕੀ ਵਾਰ ਦੀ 6 ਨੰਬਰ ਪੌੜੀ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ। ਇਹ 6 ਨੰਬਰ ਪੌੜੀ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇੱਕ ਬੜਾ ਬਰੀਕੀ ਵਾਲਾ ਜਿਹੜਾ ਮਸਲਾ ਹੈ ਨਾ, ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। ਇਹਦੇ ਵਿੱਚ ਗੁਰੂ ਦੀ ਮਹਾਨਤਾ, ਗੁਰੂ ਦੀ ਵਿਸ਼ਾਲਤਾ ਅਤੇ ਮਨੁੱਖ ਦੇ ਜੀਵਨ ਦੇ ਵਿੱਚ ਗੁਰੂ ਦਾ ਕੀ ਪਰ ਉਪਕਾਰ ਆ, ਅਤੇ ਗੁਰੂ ਨੂੰ ਮਿਲ ਕੇ ਮਨੁੱਖ ਕਿੰਨਾ ਸੁਚੱਜਾ ਸਿਆਣਾ ਹੋ ਜਾਂਦਾ ਹੈ। ਉਸ ਬਾਬਤ ਗੁਰਦੇਵ ਜੀ ਨੇ ਬੜੇ ਵਿਸਥਾਰ ਸਹਿਤ ਗੱਲ ਕੀਤੀ ਹੈ। ਸੋ ਆਓ ਸਤਿਗੁਰੂ ਰਹਿਮਤ ਕਰਨ। ਪਾਵਨ ਗੁਰਬਾਣੀ ਦੀਆਂ ਵਿਚਾਰਾਂ ਆਰੰਭਣ ਤੋਂ ਪਹਿਲਾਂ ਆਓ ਆਪਾਂ ਆਪਸੀ ਪਿਆਰ ਮਿਲਾਪ ਦਾ ਸੁਨੇਹਾ ਦਿੰਦਿਆਂ ਹੋਇਆਂ ਰਲ ਮਿਲ ਕੇ ਫਤਿਹ ਦੀ ਸਾਂਝ ਪਾਈਏ। ਇੱਕ ਵਾਰ ਕਹਿਣ ਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਗੁਰਬਾਣੀ ਦੇ ਵਿੱਚ ਅਨੇਕਾਂ ਥਾਵਾਂ 'ਤੇ ਆਪਾਂ ਵੇਖਾਂਗੇ ਵੀ ਗੁਰੂ ਜਿਹੜਾ ਉਸ ਪ੍ਰਮਾਤਮਾ ਦੇ ਨਾਲ ਸਾਡਾ ਮਿਲਾਪ ਕਰਵਾਉਂਦਾ ਹੈ। ਪਰ ਜੇ ਕਹੀਏ ਵੀ ਗੁਰੂ ਹੈ ਅਤੇ ਰੱਬ ਹੈ, ਅਤੇ ਜੇ ਪ੍ਰਮਾਤਮਾ ਮਿਲ ਗਿਆ ਹੁਣ ਗੁਰੂ ਦਾ ਕੋਈ ਜੀਵਨ ਵਿੱਚ ਰੋਲ ਨਹੀਂ ਹੈ, ਅਤੇ ਖੌਰੇ ਜਾਂ ਇਹ ਹੋਣਾ ਹੈ ਕਿਤੇ ਵੀ ਗੁਰੂ ਨੇ ਕਿਤੇ ਬਾਂਹ ਕਿਸੇ ਵੱਖਰੇ ਰੱਬ ਨੂੰ ਫੜਾ ਦੇਣੀ ਹੈ ਲਿਜਾ ਕੇ ਸਾਡੀ। ਇਵੇਂ ਦਾ ਨਹੀਂ ਹੈ ਕੁਛ ਵੀ। ਗੁਰਬਾਣੀ ਦੇ ਵਿੱਚ ਗੁਰੂ ਨੂੰ ਵੀ ਰੱਬ ਰੂਪ ਦੱਸਿਆ ਗਿਆ। ਗੁਰੂ ਅਤੇ ਰੱਬ ਦੋਵਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ। ਦੁਬਾਰੇ ਫਿਰ ਸਮਝੋ, ਗੁਰੂ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਅੰਤਰ ਨਹੀਂ ਹੈ। ਗੁਰਬਾਣੀ ਦੇ ਵਿੱਚ ਪਾਵਨ ਸ਼ਬਦ ਤੁਸਾਂ ਨੇ ਪੜ੍ਹਿਆ ਹੋਣਾ ਵੀ ਗੁਰ ਪਰਮੇਸ਼ਰ, ਗੁਰੂ ਅਤੇ ਪਰਮੇਸ਼ਰ। ਗੁਰ ਪਰਮੇਸ਼ਰ ਇੱਕੋ ਜਾਣ, ਇੱਕੋ ਗੁਰੂ ਪਰਮੇਸ਼ਰ ਨੂੰ ਅਰਾਧਿਆ ਕਰ, ਅਤੇ ਉਹ ਸਿਰਫ ਅਤੇ ਸਿਰਫ ਇੱਕੋ ਹੈ ਪਰਮਾਤਮਾ। ਅਤੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਗੁਰੂ ਅਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਹੈ, ਪਹਿਲਾਂ ਇੱਥੋਂ ਸਮਝੋ ਵੀ ਗੁਰੂ ਸਾਡਾ ਸ਼ਬਦ ਹੈ, ਬਾਣੀ ਹੈ। ਬਾਣੀ ਗੁਰੂ, ਆਪਾਂ ਸਾਰੀਆਂ ਗੱਲਾਂ ਗੁਰਬਾਣੀ ਦੇ ਵਿੱਚੋਂ ਸਮਝਣੀਆਂ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਠੀਕ ਹੈ ਨਾ, ਇਹ ਹੱਲ ਹੋ ਗਿਆ ਮਸਲਾ। ਹੋਰ ਬਚਨ ਦੇਖੋ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਵੀ ਗੁਰੂ ਕੋਈ ਵੱਖਰਾ ਨਹੀਂ ਹੈ, ਗੁਰੂ ਦੇ ਬਚਨ ਹੀ ਸਾਡੇ ਲਈ ਗੁਰੂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਡੇ ਲਈ ਗੁਰੂ ਹੈ। ਇਹ ਸਮਝ ਲਿਆ ਵੀ ਸਾਡਾ ਗੁਰੂ ਗੁਰਬਾਣੀ ਹੈ, ਪੱਕਾ ਸਮਝ ਲਿਆ ਵੀ ਸੱਚਾ ਸਤਿਗੁਰੂ ਹੀ ਹੈ ਸਾਡਾ। ਹੁਣ ਅੱਜ ਦੀ ਪਾਵਨ ਪੌੜੀ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਆਸਾ ਕੀ ਵਾਰ ਦੇ ਵਿੱਚੋਂ ਪੜ੍ਹੀਏ। ਸਤਿਗੁਰੂ ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਹਿੰਦੇ ਕਿਸੇ ਮਨੁੱਖ ਨੂੰ ਜਿਹੜਾ ਜਗਜੀਵਨ ਦਾਤਾ ਹੈ ਨਾ, ਜੱਗ 'ਤੇ ਜਿਉਣ ਦਾ ਢੰਗ ਦੱਸਦਾ, ਜਿਹੜਾ ਉਹ ਪ੍ਰਮਾਤਮਾ ਜੀ ਨੇ ਸਾਨੂੰ ਪੈਦਾ ਕੀਤਾ, ਜਗਜੀਵਨ ਦਾਤਾ। ਸਤਿਗੁਰੂ ਤੋਂ ਬਿਨਾਂ, ਭਾਵ ਕਿ ਗੁਰੂ ਦੀ ਸ਼ਰਨ ਤੋਂ ਆਉਣ ਤੋਂ ਬਿਨਾਂ ਕਿਸੇ ਨੇ ਨਹੀਂ ਅੱਜ ਤੱਕ ਪਾਇਆ ਉਹਨੂੰ। ਠੀਕ ਹੈ ਵੀ ਉਹ ਪ੍ਰਮਾਤਮਾ ਜਿਹੜਾ ਦਾਤਾ ਹੈ, ਜੀਵਨ ਦੇਣ ਵਾਲਾ ਹੈ, ਜੀਵਨ ਦਾਤਾ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਉਹ ਜੀਵਨ ਦਾਤੇ ਨੂੰ ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਅਤੇ ਇਹ ਸੱਚ ਆ, ਸੱਚ ਕਰਕੇ ਜਾਣੋ। 2 ਵਾਰ ਗੁਰਦੇਵ ਜੀ ਨੇ ਇਹੀ ਪੰਕਤੀ ਦੇ ਵਿੱਚ ਗੱਲ ਰਿਪੀਟ ਕੀਤੀ ਹੈ, ਦੁਹਰਾਈ ਹੈ। ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਓ, ਨਾ ਪਾਇਆ ਏ, ਬਿਨ ਸਤਿਗੁਰ ਕਿਨੈ ਨਾ ਪਾਇਆ, ਨਾ ਕੋਈ ਪਾ ਸਕਦਾ ਏ। ਕੀ ਤੋਂ ਬਿਨਾਂ? ਗੁਰੂ ਤੋਂ ਬਿਨਾਂ। ਠੀਕ, ਗੁਰੂ ਤੋਂ ਬਿਨਾਂ ਉਹ ਜਗਜੀਵਨ ਦਾਤੇ ਦੇ ਨਾਲ, ਪ੍ਰਮਾਤਮਾ ਦੇ ਨਾਲ ਕੋਈ ਸਾਂਝ ਨਹੀਂ ਪਾ ਸਕਦਾ ਗੁਰੂ ਤੋਂ ਬਿਨਾਂ। ਗੁਰੂ ਦਾ ਮਤਲਬ ਇਹ ਨਹੀਂ ਵੀ ਕਿ ਜਿਹੜਾ ਮਰਜ਼ੀ ਗੁਰੂ ਧਾਰਨ ਕਰ ਲਈਏ, ਮੈਂ ਫਲਾਣਾ ਗੁਰੂ ਬਣਾ ਲਿਆ, ਮੈਂ ਫਲਾਣਾ ਬਣਾ ਲਿਆ, ਨਾ। ਸੱਚਾ ਸਤਿਗੁਰੂ, ਇਹ ਗੁਰਬਾਣੀ 'ਚ ਸਮਝਣਾ ਵੀ ਬਾਣੀ ਗੁਰੂ ਗੁਰੂ ਹੈ। ਬਾਣੀ ਆਪਾਂ ਪਹਿਲਾਂ ਤਾਂ ਭਾਵ ਕਿ ਜਿਹੜਾ ਬੰਦਾ ਗੁਰਬਾਣੀ ਦੀ ਸ਼ਰਨ ਆਵੇਗਾ, ਜਗਜੀਵਨ ਦਾਤੇ ਨਾਲ ਮਿਲਾਪ ਗੁਰੂ ਉਹਦਾ ਹੀ ਕਰਾਵੇਗਾ। ਹੁਣ ਇਹ ਗੱਲ ਸਮਝ ਲਓ ਵੀ ਸ਼ਰਨ 'ਚ ਆਉਣ ਦਾ ਮਤਲਬ ਮੱਥਾ ਟੇਕ ਕੇ ਅੱਖਾਂ ਨਾਲ ਦੇਖ ਕੇ ਮੁੜ ਜਾਣਾ ਨਹੀਂ ਹੁੰਦਾ। ਗੁਰਬਾਣੀ ਦੀ ਗੱਲ ਨੂੰ ਚਿੱਤ 'ਚ ਵਸਾਉਣਾ ਹੀ ਗੁਰੂ ਦੀ ਸ਼ਰਨ ਆਉਣਾ ਹੈ, ਗੁਰਬਾਣੀ ਨਾਲ ਜੁੜਨਾ ਹੈ। ਇਹਨੂੰ ਕਹਿੰਦੇ ਨੇ ਗੁਰਬਾਣੀ ਨਾਲ ਜੁੜਿਆ ਬੰਦਾ। ਕੱਲਾ ਅੱਖਾਂ ਦੇ ਨਾਲ ਵੇਖ ਕੇ ਜ਼ੁਬਾਨ ਤੋਂ ਬੋਲਣ ਵਾਲਾ ਬੰਦਾ ਗੁਰਬਾਣੀ ਦੇ ਨਾਲ ਨਹੀਂ ਜੁੜਿਆ ਹੋਇਆ, ਇਹ ਨਹੀਂ ਜੁੜਿਆ। ਜੇ ਮਨ ਦੇ ਵਿੱਚ ਉਹ ਪੜ੍ਹੀ ਹੋਈ ਗੱਲ ਨੂੰ ਕਮਾ ਰਿਹਾ, ਮੰਨ ਰਿਹਾ ਵੀ ਠੀਕ ਹੈ ਗੁਰੂ ਜਿਹੜੀ ਗੱਲ ਕਹਿ ਰਿਹਾ, ਉਹ ਹੈ ਬਾਣੀ ਨਾਲ ਜੁੜਿਆ ਹੋਇਆ। ਸਵੇਰੇ ਨਿਤਨੇਮ ਜਪਜੀ ਪੜ੍ਹਦੇ ਥਾਪਣ ਜਾਏ ਕੀਤਾ ਨਾ ਹੋਏ, ਹੱਥ ਨੇ ਮੜੀ ਤੇ ਦੀਵਾ ਜਗਾਤਾ, ਉਹ ਬਾਣੀ ਪੜ੍ਹਨ ਵਾਲਾ ਨਹੀਂ ਹੈ, ਉਹ ਰੱਟੇ ਵਾਲਾ ਹੈ, ਉਹ ਤੋਤਾ ਰਟਨ ਹੈ,
ਇਹ ਸੱਚਾਈ ਹੈ। ਠੀਕ, ਇਹ ਸੱਚਾਈ ਹੈ ਵੀ ਉਹ ਬਾਣੀ ਦੇ ਨਾਲ ਨਹੀਂ ਜੁੜ, ਜਿੰਨਾ ਮਰਜ਼ੀ ਭੁਲੇਖਾ ਪਾ ਲਵੇ ਉਹ ਵੀ ਮੈਂ ਬਾਣੀ ਨਾਲ ਜੁੜਿਆ ਵਾ ਅਤੇ ਮੈਂ ਕੁਛ ਮਰਜ਼ੀ ਕਰ ਸਕਦਾ, ਨਹੀਂ, ਕਦਾ ਵੀ। ਬਾਣੀ ਨਾਲ ਜੁੜਿਆ ਬੰਦਾ ਕਦੇ ਭੇਦ, ਜਿਹੜੇ ਭੇਦ ਭਾਵ, ਭਰਮ, ਕਰਮਕਾਂਡ, ਪਾਖੰਡ ਨਹੀਂ ਕਰੇਗਾ, ਕਦੇ ਵੀ ਨਹੀਂ ਕਰੇਗਾ। ਜੇ ਬਾਣੀ ਸਿਰਫ ਅੱਖਾਂ ਦੇ ਨਾਲ ਵੇਖੀ ਹੈ ਜਾਂ ਜ਼ੁਬਾਨ ਤੱਕ ਕੁਰਲੀਆਂ ਹੀ ਕੀਤੀਆਂ ਨੇ, ਉਹਨੂੰ ਕਦੇ ਵੀ ਨਹੀਂ ਕਹਿ ਸਕਦੇ ਵੀ ਬਾਣੀ ਨਾਲ ਜੁੜਿਆ ਹੋਇਆ ਹੈ, ਕਦੇ ਵੀ ਨਹੀਂ ਕਿਹਾ ਜਾ ਸਕਦਾ। ਉਹਨੂੰ ਇਹ ਕਹਿ ਸਕਦੇ ਵੀ ਤੂੰ ਤਾਂ ਸਿਰਫ ਪੜ੍ਹਿਆ ਹੀ ਹੈ, ਸਮਝਿਆ ਨਹੀਂ। ਆਪਾਂ ਕਈ ਵਾਰ ਆਮ ਲਫ਼ਜ਼ ਵਰਤਦੇ ਵੀ ਪਾਠ ਕਰ ਲਿਆ, ਅਸੀਂ ਸਿਰਫ ਪਾਠ ਪੜ੍ਹਦੇ ਹਾਂ, ਪਾਠ ਕਰਦੇ ਨਹੀਂ। ਕਰਨ ਦਾ ਮਤਲਬ ਹੁੰਦਾ ਵੀ ਜਿਹੜਾ ਪਾਠ ਪੜ੍ਹਿਆ ਉਹਨੂੰ ਨਿੱਜੀ ਕਾਰ ਦੇ ਵਿੱਚ ਕਰ ਰਹੇ ਹਾਂ ਵੀ ਆਹ ਕੰਮ ਗੁਰੂ ਨੇ ਕਿਹਾ ਸੀ, ਆਹ ਕੰਮ ਕਿਹਾ ਸੀ, ਮੰਨ ਲਈ ਗੁਰੂ ਦੀ ਗੱਲ, ਸਮਝ ਗਿਆ। ਕਿਉਂਕਿ ਹਰੇਕ ਬੰਦਾ ਜਦੋਂ ਵੀ ਨਿਤਨੇਮ ਸ਼ੁਰੂ ਕਰਦਾ ਜਾਂ ਪੜ੍ਹਨ ਲੱਗਦਾ, ਪਹਿਲੀ ਪੌੜੀ ਤੋਂ ਸ਼ੁਰੂ ਕਰਦਾ ਨਾ, ਜਪ ਬਾਣੀ ਦੀ ਪਹਿਲੀ ਪੌੜੀ ਤੋਂ ਸਭ ਤੋਂ ਪਹਿਲਾਂ ਤਾਂ ਇੱਕ ਓਅੰਕਾਰ, ਇੱਕ ਆ ਗਿਆ, ਬਸ ਇੱਕ, ਉਹ ਨਿਰੰਕਾਰ ਇੱਕ, ਮੰਨ ਲਈ ਗੱਲ। ਫਿਰ ਜ਼ੋਰ ਸ਼ੋਰ ਕਾਹਦਾ ਵੀ ਮੈਂ ਬਾਣੀ ਨਾਲ ਜੁੜਿਆ ਹੋਇਆ, ਇਹ ਆਪਦੇ ਕੋਲੋਂ ਗੱਲਾਂ ਨਹੀਂ, ਗੁਰਬਾਣੀ ਦਾ ਫੈਸਲਾ ਹੈ, ਗੁਰਬਾਣੀ ਮੁਤਾਬਕ ਗੱਲ ਆ ਵੀ ਨਹੀਂ ਜੁੜਿਆ ਹੋਇਆ। ਉਹ ਗੁਰੂ ਦੇ ਨਾਲ ਜੁੜਨ ਦਾ ਮਤਲਬ ਹੁੰਦਾ ਗੁਰੂ ਦੀ ਸ਼ਰਨ ਹੀ ਪੈ ਜਾਣਾ, ਅਤੇ ਗੁਰੂ ਦੀ ਸ਼ਰਨ ਪੈਣ ਦਾ ਮਤਲਬ ਹੈ ਵੀ ਮਨ ਦੇ ਨਾਲ ਮੰਨ ਲੈਣਾ ਵੀ ਗੁਰੂ ਜਿਹੜੀ ਗੱਲ ਕਹਿੰਦੇ ਸੱਚ ਕਹਿੰਦੇ। ਨਹੀਂ ਤਾਂ ਗੁਰਦੇਵ ਜੀ ਸ਼ਰਨ 'ਚ ਪੈਣ ਦੇ ਵੀ ਦੋ ਤਰੀਕੇ ਨੇ ਨਾ। ਸਤਿਗੁਰੂ ਤਾਂ ਇੱਥੇ ਇਹ ਵੀ ਕਹਿੰਦੇ ਨੇ ਵੀ ਅਪਰਾਧੀ ਦੂਣਾ ਨਿਭਾ, ਕੀ ਪਤਾ ਜਿਹੜਾ ਪਾਪੀ ਵੱਡਾ ਹੋਵੇ ਉਹ ਜ਼ਿਆਦਾ ਹੀ ਨਿਭਦਾ ਹੋਵੇ ਗੁਰੂ ਅੱਗੇ। ਅਪਰਾਧੀ ਦੂਣਾ ਨਿਭਾ, ਅਪਰਾਧੀ ਬੰਦਾ ਕਹਿੰਦੇ ਕੀ ਹੋ ਸਕਦਾ ਦੁਨੀਆ ਦੇ ਹਿਸਾਬ ਦੇ ਨਾਲ ਜ਼ਿਆਦਾ ਨਿਵੇਂ, ਨੱਕ ਰਗੜੇ, ਵੱਧ ਲੰਬਾ ਪੈ ਡੰਡਾ ਉੱਤਾਂ ਕਰੇ, ਪਤਾ ਨਹੀਂ ਕੋਈ ਇੱਥੇ। ਅਪਰਾਧੀ ਬੰਦਾ ਦੂਣਾ ਵੀ ਨਿਭ ਸਕਦਾ ਹੈ, ਦੁਬਾਰੇ ਦੂਰਾ ਉਹ ਨਿਭ ਸਕਦਾ, ਵੱਧ ਜ਼ਿਆਦਾ, ਜਿਵੇਂ ਆਪਾਂ ਕਹਿੰਦੇ ਵਿਖਾਵਾ ਜੋ ਜ਼ਿਆਦਾ ਵੀ ਕਰ ਸਕਦਾ, ਜ਼ਿਆਦਾ ਵੀ। ਉਹਨੂੰ ਦੇਖ ਕੇ ਨਤੀਜਾ ਨਾ ਲਾ ਲਿਓ ਵੀ ਬੜਾ ਗੁਰੂ ਵਾਲਾ ਹੈ, ਤਾਂ ਬੜਾ ਸਤਿਕਾਰ ਕਰਦਾ ਹੈ, ਦੇਖਿਆ ਇੱਥੇ ਮਨ ਜਾਣਾ ਉਹਦਾ ਵੀ ਜੁੜਿਆ ਹੋਇਆ ਮਨ ਦੇ ਨਾਲ, ਮਨ ਕਰਕੇ ਕਿ ਨਹੀਂ। ਡੰਡਾ ਉੱਤਾਂ ਜ਼ਿਆਦਾ ਕਰੇ ਬੰਦਾ, ਜ਼ਿਆਦਾ ਹੀ ਪਾਠ ਪੂਜਾ ਜੀਆਂ ਕਰੇ, ਪੜ੍ਹਦਾ ਵੀ ਰਵੇ, ਆ ਕੇ ਗੁਰਦੁਆਰੇ ਜੋਤ ਪਿੱਛੇ ਲੜ ਪਏ, ਧੂਪ ਨਹੀਂ ਲਾਈ, ਜੋਤ ਨਹੀਂ ਲਾਈ, ਫਲਾਣਾ ਨਹੀਂ ਕੀਤਾ, ਉਹਦੇ ਨਾਲ ਲੜ ਪਏ, ਫਿਰ ਉਹ ਬਾਣੀ ਨਾਲ ਥੋੜ੍ਹੀ ਜੁੜੇ। ਵੀ ਇਹਦਾ ਮਤਲਬ ਬਾਣੀ ਅਜੇ ਤੱਕ ਤੂੰ ਪੜ੍ਹੀ ਨਹੀਂ ਵੀ ਗੁਰੂ ਕਹਿੰਦਾ ਕੀ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਵੇ, ਫਿਰ ਫੋਟੋ 'ਚ ਵੜ ਗਿਆ ਗੁਰੂ, ਕਿਤੇ ਰੱਬ ਫੋਟੋ 'ਚ ਵੜ ਗਿਆ, ਰੱਬ ਜੋਤ 'ਚ ਵੜ ਗਿਆ, ਸਮਝਿਆ ਨਹੀਂ। ਰੱਬ ਕਿਤੇ ਇੱਟਾਂ ਪੱਥਰਾਂ 'ਚ ਵੜ ਗਿਆ, ਨਹੀਂ। ਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਉਹਦੇ ਨਾਲ ਮਿਲਾਪ ਹੀ ਨਹੀਂ ਹੋ ਸਕਦਾ। ਅਤੇ ਜੇ ਅਸੀਂ ਅਜੇ ਤੱਕ ਗੁਰੂ ਦੀ ਗੱਲ ਸੁਣੀ ਨਹੀਂ, ਫਿਰ ਭਾਵੇਂ ਜਿੱਥੇ ਕੰਧਾਂ ਕੌਲਿਆਂ 'ਤੇ ਮੱਥੇ ਜਿੱਥੇ ਮਰਜ਼ੀ ਟੇਕੀ ਜਾਈਏ, ਭਲਾ ਨਹੀਂ ਹੋ ਸਕਦਾ। ਇਹ ਸੱਚੀਆਂ ਗੱਲਾਂ ਨੇ, ਗੁਰਬਾਣੀ ਮੁਤਾਬਕ ਆਪਾਂ ਗੱਲ ਕਰਦੇ ਹਾਂ। ਬਿਨ ਸਤਿਗੁਰ ਕਿਹਣਾ ਨਾ ਪਾਇਓ, ਬਿਨ ਸਤਿਗੁਰ ਕਿਹਣਾ ਨਾ ਪਾਇਆ, ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੇ ਪਰਮਾਤਮਾ ਨੂੰ ਨਹੀਂ ਪਾਇਆ। ਹੁਣ ਅਗਲਾ ਫੈਸਲਾ ਵੇਖੋ, ਆਪਾਂ ਪਹਿਲਾਂ ਪੜ੍ਹਿਆ ਸੀ ਵੀ ਬਾਣੀ ਗੁਰੂ ਹੈ, ਬਾਣੀ ਵੀ ਗੁਰੂ ਸਾਡਾ ਬਾਣੀ ਹੈ। ਹੁਣ ਅੱਗੇ ਗੁਰਦੇਵ ਜੀ ਕਹਿੰਦੇ ਸਤਿਗੁਰ ਵਿੱਚ ਆਪ ਰੱਖਿਉਣ, ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਅਸਾਂ ਨੇ ਗੱਲ ਆਖ ਤੇ ਤੁਹਾਨੂੰ ਗੁਰੂ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਗੱਲ ਦੱਸ ਰਹੇ ਹਾਂ, ਕਿਹੜੀ? ਕਹਿੰਦੇ ਸਤਿਗੁਰ ਵਿੱਚ ਆਪ ਰੱਖਣ। ਰੱਬ ਜੀ ਨੇ ਇੱਕ ਵੱਡੀ ਕਿਰਪਾ ਕੀਤੀ, ਕਿਹੜੀ? ਕਹਿੰਦੇ ਗੁਰੂ ਦੇ ਵਿੱਚ ਆਪਣੇ ਆਪ ਨੂੰ ਟਿਕਾ ਦਿੱਤਾ। ਆਪਣੇ ਆਪ ਨੂੰ ਪੜ੍ਹਦੇ ਹਾਂ ਨਾ ਆਪਾਂ, ਇੱਕ ਤਾਂ ਪੜ੍ਹਦੇ ਹਾਂ ਬਾਣੀ ਗੁਰੂ ਹੈ, ਬਾਣੀ ਗੁਰੂ ਸਾਡੀ ਬਾਣੀ ਹੈ, ਬਾਣੀ ਹੀ ਗੁਰੂ ਹੈ, ਗੁਰੂ ਬਾਣੀ ਹੈ। ਪਰ ਗੁਰਦੇਵ ਜੀ ਕਹਿੰਦੇ ਇਹਦੇ ਵਿੱਚ ਹੀ ਰੱਬ ਆ। ਕਿਵੇਂ? ਕਹਿੰਦੇ ਵਾਹ ਬਾਣੀ ਨਿਰੰਕਾਰ ਆ। ਫੈਸਲਾ ਹੋ ਗਿਆ, ਬਾਣੀ ਹੀ ਸਾਡੇ ਲਈ ਗੁਰੂ ਹੈ ਅਤੇ ਬਾਣੀ ਹੀ ਸਾਡੇ ਲਈ ਰੱਬ ਰੂਪ ਹੈ। ਇਹ ਬਚਨ ਮੰਨ ਲੈਣਾ ਹੀ ਰੱਬ ਨੂੰ ਮਿਲਣਾ ਹੈ, ਇਹ ਬਚਨ ਮੰਨ ਲੈਣਾ ਹੀ ਗੁਰੂ ਨੂੰ ਮਿਲਣਾ ਹੈ। ਇਹੀ ਗੁਰੂ ਹੈ, ਗੁਰੂ ਦੇ ਬਚਨ ਮੰਨੀ ਚੱਲੋ, ਇਹੀ ਰੱਬ ਨੂੰ ਮਿਲਣਾ ਹੈ। ਬਸ ਇਹ ਨਹੀਂ ਵੀ ਗੁਰੂ ਦੇ ਇੰਨੇ ਮੈਂ ਸ਼ਬਦ ਕਮਾ ਲਏ, ਇੰਨੇ ਯਾਦ ਕਰ ਲਏ, ਖੋਰੇ ਹੁਣ ਮੈਂ ਰੱਬ ਨੂੰ ਮਿਲ ਪੈਣਾ, ਇੰਨੇ ਕੁ ਮੈਂ ਰੱਟੇ ਲਾ ਲਏ ਹੁਣ ਰੱਬ ਨੂੰ ਮਿਲ ਪੈਣਾ, ਇੰਨੇ ਪਾਠ ਕਰ ਲਏ ਮਿਲ ਪੈਣਾ, ਨਾ। ਇਹ ਤਾਂ ਰਹਿੰਦੀ ਦੁਨੀਆ ਤੱਕ ਜਿੰਨਾ ਟਾਈਮ ਮੰਨ ਲਓ ਵੀ ਸਮੁੰਦਰ ਦੇ ਵਿੱਚ ਕਿਸ਼ਤੀ ਤੁਰ ਰਹੀ ਹੈ ਨੇ, ਤਾਂ ਬਚਨ ਕਮਾਉਣੇ ਪੈਣਗੇ। ਉਹਨਾਂ ਟਾਈਮ ਕਮਾਉਣੇ ਪੈਣਗੇ। ਤਾਂ ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਕਮਾਉਣੇ ਪੈਣੇ। ਗੁਰੂ ਦੇ ਕਹੇ ਬਚਨਾਂ 'ਤੇ ਤੁਰਦੇ ਜਾਣਾ ਹੀ ਰੱਬ ਵਾਲੀ ਲੀਹ ਹੈ। ਇਹ ਨਹੀਂ
ਵੀ ਹਾਂ ਮੈਂ 5 ਸਾਲ ਇੰਨੀ ਭਗਤੀ ਕਰ ਲਈ, 5 ਸਾਲ ਗੁਰੂ ਦਾ ਸ਼ਬਦ ਇੱਕ ਵੀ ਨਹੀਂ ਮੋੜਿਆ, ਹੁਣ ਮੈਨੂੰ ਰੱਬ ਮਿਲ ਗਿਆ, ਹੁਣ ਗੁਰੂ ਦੀ ਲੋੜ ਨਹੀਂ। ਨਾ, ਹਮੇਸ਼ਾ ਉਹਦੇ ਭਾਣੇ 'ਚ ਰਹਿਣਾ ਹੀ ਰੱਬ ਨੂੰ ਮਿਲਣਾ। ਅੰਤ ਨਹੀਂ ਹੈ ਇਹਦਾ ਕਿਸ ਚੀਜ਼ ਦਾ, ਇਹ ਚੀਜ਼ ਦਾ ਅੰਤ ਨਹੀਂ ਹੈ। ਬਸ ਸੰਸਾਰ ਵਿੱਚ ਰਹਿੰਦੇ ਆ ਵੀ ਜਿੱਥੋਂ ਤੱਕ ਅਖੀਰੀ ਸਾਹ ਨੇ ਉੱਥੋਂ ਤੱਕ ਜਾਂਦਿਆਂ ਜਾਂਦਿਆਂ ਮੈਥੋਂ ਕੋਈ ਕੰਮ ਮਾੜਾ ਨਾ ਹੋ ਜਾਵੇ। ਬਸ ਜਿਹੜਾ ਗੁਰੂ ਨੇ ਦੱਸਿਆ ਉਹ ਰਾਹ 'ਤੇ ਸਿੱਧਾ ਤੁਰਦਾ ਰਹਾਂ, ਬਸ ਕਿਤੇ ਤਿਲਕ ਨਾ ਜਾਵਾਂ। ਜੇ ਮਾੜਾ ਜਿਹਾ ਤਿਲਕ ਕੇ ਚਿੱਕੜ 'ਚ ਡਿੱਗੂ ਜਾ ਕੇ, ਭਾਵ ਗੰਧ 'ਚ, ਬਸ ਜਿਹੜੀ ਗੱਲ ਗੁਰੂ ਨੇ ਕਹਿਤੀ ਉਹ ਤਾਂ ਮੈਂ ਸਿੱਧਾ ਤੁਰਿਆ ਜਾਵਾਂ। ਬਸ ਇੱਕ ਸਾਰ, ਲੜਾਈਆਂ ਝਗੜੇ ਖਤਮ ਨੇ, ਸਾਡੇ ਵਹਿਮ ਭਰਮ ਖਤਮ ਨੇ। ਜਿਹੜੀ ਗੱਲ ਕਹਿੰਦੇ ਉਹ 'ਤੇ ਸਿੱਧਾ ਤੁਰ ਕੇ ਵੇਖ, ਆਨੰਦ ਹੀ ਵੱਖਰਾ ਹੈ, ਸਵਾਦ ਹੀ ਵੱਖਰਾ। ਵੱਡਾ ਫੈਸਲਾ ਕਰ ਦਿੱਤਾ ਬਾਬਾ ਨਾਨਕ ਜੀ ਨੇ, ਕਹਿੰਦੇ ਵੀ ਗੁਰੂ ਦੇ ਵਿੱਚ ਹੀ ਰੱਬ ਹੈ, ਗੁਰੂ ਦੇ ਵਿੱਚ। ਗੁਰੂ ਰੱਬ ਰੂਪ ਹੈ, ਗੁਰੂ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ। ਬੀਬੀਆਂ ਨੂੰ ਪਤਾ ਹੋਣਾ, ਪਹਿਲਾਂ ਇਹ ਹੱਥੀਂ ਕੰਮ ਕਰਦੀਆਂ ਸੀ, ਬੁਣਦੀਆਂ ਕਰ, ਤਾਣਾ ਪੇਟਾ ਹੁੰਦਾ ਨਾ, ਤਾਣਾ ਪੇਟਾ, ਦੋਵਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਇੱਕ ਦੂਜੇ ਦੇ ਵਿੱਚ ਨੇ। ਉਹ ਦੋਨਾਂ ਦਾ ਅਲੱਗ ਅਲੱਗ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ, ਉਹ ਤਾਂ ਪੋਤ ਨੇ, ਉਹ ਇੱਕ ਦੂਜੇ ਦੇ ਵਿੱਚ ਅਲੱਗ ਨਹੀਂ ਕੀਤਾ ਜਾ ਸਕਦਾ। ਜਿਵੇਂ ਆਪਾਂ ਦੁੱਧ 'ਚ ਪਾਣੀ ਪਾ ਦਈਏ, ਪਾਣੀ ਹਮੇਸ਼ਾ ਰਹਿੰਦਾ, ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਅਤੇ ਇਸ ਕਰਕੇ ਉਹ ਇਸੇ ਤਰੀਕੇ ਦੇ ਨਾਲ ਹੀ ਆ, ਅਲੱਗ ਨਹੀਂ ਕੀਤਾ ਜਾ ਸਕਦਾ ਕਦੇ ਵੀ ਨਹੀਂ, ਵਿੱਚ ਸਮਾਈ ਹੋਈ ਚੀਜ਼ ਹੈ, ਉਹ ਤਾਂ ਪੋਤ ਹੈ। ਅਤੇ ਗੁਰੂ ਦੇ ਵਿੱਚ ਨਿਰੰਕਾਰ ਵੀ ਬਸ ਸ਼ਬਦ ਰੂਪ ਵਿੱਚ ਸਮਾਇਆ ਹੋਇਆ, ਸਿੱਖਿਆ ਰੂਪ ਵਿੱਚ। ਅਤੇ ਗੁਰਬਾਣੀ ਦੇ ਵਿੱਚ ਕਿੰਨੇ ਗੁਣ ਭਰੇ ਪਏ ਨੇ, ਗੁਣਾ ਰੂਪ ਰੱਬ ਬੈਠਾ ਬਸ ਇੱਥੇ। ਕਿੱਡੇ ਝਮੇਲੇ ਚੱਕੇ ਗੁਰਬਾਣੀ ਨੇ, ਪਰ ਜੇ ਅਸੀਂ ਪੜ੍ਹਿਆ ਨਹੀਂ ਤਾਂ ਹੀ ਸਾਨੂੰ ਪਤਾ ਨਹੀਂ ਕਿਹੋ ਜਿਹੀਆਂ ਦਿੱਕਤਾਂ ਪੈ ਗਈਆਂ, ਕਿੱਡੇ ਸਾਡੇ ਮਸਲੇ ਖੜ ਗਏ ਆ ਕੇ, ਕਿਉਂਕਿ ਅਸੀਂ ਬਾਣੀ ਪੜ੍ਹੀ ਨਹੀਂ। ਉਲਝੇ ਅਸੀਂ ਤਾਂ ਸਾਨੂੰ ਬਾਣੀ ਸਮਝ ਨਹੀਂ ਆਈ, ਜਾਂ ਪੜ੍ਹੇ ਨਹੀਂ ਅਸੀਂ ਸਿਰਫ ਜ਼ੋਰ ਦਿੱਤਾ ਵੀ ਬਸ ਮੈਂ ਪੜ੍ਹਤੀ ਤਾਂ ਬਸ ਰੱਬ ਮਿਲ ਹੀ ਜਾਣਾ। ਉਹਨੂੰ ਸਮਝ ਵੀ ਲਵੇ ਕਹਿ ਕੀ ਰਹੇ ਨੇ। ਜਿਹੜੇ ਤਰੀਕੇ ਨਾਲ ਤੂੰ ਮਿਲਣਾ ਚਾਹੁੰਦਾ ਨਾ ਵੀ ਰੱਟੇ ਲਾ ਲਾ ਕੇ, ਤਾਂ ਤਰੀਕੇ ਕਿਸੇ ਹੋਰ ਦੇ ਨੇ। ਪੜ੍ਹ ਤੂੰ ਸਿਲੇਬਸ ਕਿਸੇ ਹੋਰ ਦਾ ਰਿਹਾ ਹੈ, ਕੰਮ ਕਿਸੇ ਹੋਰ ਦਾ ਕਰ ਰਹੇ, ਇਹ ਤਾਂ ਤਰੀਕੇ ਕਿਸੇ ਹੋਰ ਦੇ ਨੇ। ਇਹ ਤਾਂ ਉਹਨਾਂ ਦੀਆਂ ਸੋਚਾਂ ਨੇ ਵੀ ਇੰਨੇ ਜੱਗ ਕਰਾ ਦੇ, ਇੰਨੇ ਪਾਠ ਕਰਾ ਦੇ, ਇੰਨੇ ਮੰਤਰ ਪੜ੍ਹਾ ਦੇ, ਇੰਨੀਆਂ ਰੋਟੀਆਂ ਖਵਾ ਦੇ, ਫਿਰ ਕਿਤੇ ਜਾ ਕੇ ਤੈਨੂੰ ਸਵਰਗ ਮਿਲ ਜਾਣੇ। ਤਾਂ ਗੱਲਾਂ ਹੀ ਕਿਸੇ ਹੋਰ ਦੀਆਂ ਨੇ। ਸਾਰੀਆਂ ਗਰੁੜ ਪੁਰਾਣ ਦੇ ਵਿੱਚ ਕੰਮ ਲਿਖੇ ਹੋਏ ਨੇ ਜਿਹੜੇ ਅਸੀਂ ਕਰਦੇ ਹਾਂ। ਗੁਰਬਾਣੀ ਦੇ ਵਿੱਚ ਤਾਂ ਇਹ ਗੱਲਾਂ ਹੈ ਨਹੀਂ ਅੱਜ ਤੱਕ। ਅਤੇ ਜੇ ਕਿਸੇ ਨੂੰ ਅੱਜ ਤੱਕ ਸਮਝ ਆ ਗਈ ਹੋਵੇ ਵੀ ਆਹ ਫਲਾਣਾ ਲਿਖਿਆ ਆ ਕੇ ਦੱਸ ਸਕਦਾ ਹੈ, ਕੋਈ ਵੀ ਗਿਆਨ ਵਿੱਚ ਸਾਡੇ ਵਾਧਾ ਕਰ ਸਕਦਾ, ਖੁੱਲ੍ਹ ਕੋਈ ਵੀ ਦੱਸ ਦੇ ਵੀ ਗੁਰਬਾਣੀ 'ਚ ਆਹ ਗੱਲ ਲਿਖੀ ਹੈ। ਹਾਂ, ਜੇ ਅਸੀਂ ਉਹ ਚੀਜ਼ ਦਾ ਜਵਾਬ ਦੇਵਾਂਗੇ ਗੁਰਬਾਣੀ ਮੁਤਾਬਕ, ਤਾਂ ਉਹਦਾ ਫੈਸਲਾ ਹੋਵੇ ਗੁਰੂ ਦੀ ਗੱਲ ਮੰਨਣੀ ਹੈ ਜਾਂ ਨਹੀਂ। ਅਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸਤਿਗੁਰ ਵਿੱਚ ਆਪ ਰੱਖਿਓ। ਪ੍ਰਮਾਤਮਾ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਰੱਖ ਦਿੱਤਾ। ਹੁਣ ਕਿੱਡਾ ਸਾਡੇ ਭੰਬਲ ਭੂਸੇ 'ਚੋਂ ਬਾਹਰ ਆਏ ਹਾਂ ਅਸੀਂ, ਕਿੱਡਾ ਭੁਲੇਖਾ ਦੂਰ ਕਰ ਦਿੱਤਾ। ਬਾਣੀ ਗੁਰੂ ਹੈ ਅਤੇ ਬਾਣੀ ਦੇ ਵਿੱਚ ਹੀ ਨਿਰੰਕਾਰ ਆ। ਹੁਣ ਦੱਸੋ ਵੀ ਕਿਤੇ ਹੋਰ ਲੱਭਣਾ ਹੈ ਜਾਂ ਨਹੀਂ, ਕਿੱਥੋਂ ਲੱਭਣਾ ਹੈ ਜਾ ਕੇ। ਅਤੇ ਉਹ ਬਾਣੀ ਦੇ ਵਿੱਚ ਨਿਰੰਕਾਰ ਆ। ਜੇ ਚਿੱਤ 'ਚ ਉਹ ਪੈਦਾ ਕਰਨਾ ਨਾ, ਬਾਣੀ ਦੇ ਵਚਨ ਮੰਨ ਲੈ, ਤੇਰੇ ਅੰਦਰੋਂ ਵੀ ਫੁੱਟ ਪੈਣਾ। ਉਹ ਭੁਲੇਖੀ ਦੂਰ ਹੋ। ਕਿੰਨਾ ਸੌਖਾ ਰਾਹ ਸੀ ਨਾ ਸਿੱਖੀ ਵਾਲਾ। ਕਿਤੇ ਪਿਆਰ ਨਾਲ ਬਾਣੀ ਪੜ੍ਹ ਕੇ ਵੇਖੋ ਅਰਥਾਂ ਸਮੇਤ। ਇਹਦੇ ਨਾਲੋਂ ਸੌਖਾ ਤਾਂ ਰਾਹ ਕਦੇ ਗੁਰੂ ਨੇ ਦੱਸਿਆ ਹੀ ਨਹੀਂ ਸੀ। ਕਿਸੇ ਪੈਗੰਬਰ ਨੇ, ਕਿਸੇ ਵੀ ਗੁਰਪੀਰ ਨੇ, ਕਿਸੇ ਨੇ ਨਹੀਂ ਦੱਸਿਆ ਵੀ ਇੱਦੋਂ ਸੌਖਾ ਰਾਹ ਹੋ ਸਕਦਾ। ਸਿੱਖੀ ਦਾ ਤਾਂ ਰਾਹ ਹੀ ਬੜਾ ਪਿਆਰਾ ਸੀ, ਪਰ ਅਖੌਤੀ ਧਰਮੀਆਂ ਨੇ ਔਖਾ ਬਣਾਤਾ। 7-7 ਘੰਟੇ ਅੱਖਾਂ ਬੰਦ ਕਰਕੇ ਜਪ, ਇੰਨੇ ਪਾਠ, ਇੰਨੇ ਰੱਟੇ, ਆਹ ਫਲਾਣੀ, ਆਹ ਕੰਮ ਕਰੋ, ਆਹ ਕੰਮ ਕਰੋ, ਆਹ ਲਾਜ਼ਮੀ। ਆਪਣੀ ਮਰਿਆਦਾ ਘੜ ਕੇ ਨਾ, ਜਦੋਂ ਸਾਡੇ ਸਿਰ 'ਤੇ ਥੋਪੀਆਂ ਨਾ, ਸਾਡੀ ਨੌਜਵਾਨੀ ਦੂਰ ਹੋ ਗਈ। ਕਹਿੰਦੇ ਸਾਥੋਂ ਨਹੀਂ ਇਹ ਕੰਮ ਹੁੰਦੇ, ਅਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਇਹ ਕਰ ਸਕਦੇ। ਇੱਥੇ ਮਨ ਸਾਫ਼ ਚਾਹੀਦਾ। ਕਿੰਤੂ ਪਰੰਤੂ ਜਿੰਨਾ ਮਰਜ਼ੀ ਕਰਾ ਲਓ, ਤੂੰ ਨਹਾ ਕੇ ਨਹੀਂ ਬੈਠਾ, ਤੂੰ ਪੈਰ ਨਹੀਂ ਧੋਤੇ, ਤੂੰ ਫਲਾਣਾ ਨਹੀਂ ਕੀਤਾ, ਐ ਨਹੀਂ ਜੋ ਕੀਤਾ, ਰੱਬ ਦਿਲ 'ਚ ਵੱਸਦਾ। ਕਿੰਤੂ ਪਰੰਤੂ ਨੇ ਤਾਂ ਸਾਡੀ ਦੁਨੀਆ ਦੂਰ ਕਰ ਦਿੱਤੀ। ਕਿਵੇਂ ਜੋੜਾਂਗੇ ਅਸੀਂ ਬੱਚੇ? ਡੇਰਿਆਂ 'ਚ ਸਾਡੇ ਇੱਥੇ ਬੜੇ ਡੇਰੇ ਜਿੱਥੇ ਬੰਦ ਕਰ ਦਿੱਤੇ, ਲੋਕ ਜਾਣ ਵੀ ਅੰਦਰ ਨਹੀਂ ਕੋਈ ਜਾ ਸਕਦਾ, ਪਾਪ ਲੱਗੂ, ਡਰ ਪਾ ਦਿੱਤਾ। ਸੱਚਖੰਡ 'ਚ ਸਿਰਫ ਇਕੱਲੇ ਬਾਬਾ ਜੀ ਜਾਣਗੇ, ਹੋਰ ਕੋਈ ਵੀ ਨਹੀਂ। ਇਹਨਾਂ ਚੀਜ਼ਾਂ ਨੇ ਤਾਂ ਬਾਣੀ ਤੋਂ ਦੂਰ ਕੀਤਾ ਸਾਨੂੰ।
ਬਾਣੀ ਰਾਹੀਂ ਹੀ ਸਾਨੂੰ ਬਾਣੀ ਤੋਂ ਦੂਰ ਕਰ ਦਿੱਤਾ ਗਿਆ। ਬਾਣੀ ਰਾਹੀਂ ਹੀ ਬਾਣੀ ਤੋਂ ਦੂਰ ਸਾਨੂੰ ਕੀਤਾ ਗਿਆ। ਤੇ ਇਹ ਤਾਂ ਜੇ ਖੁਦ ਪੜ੍ਹਦੇ ਨਾ, ਰਾਹ ਹੀ ਬੜਾ ਪਿਆਰਾ ਸੀ ਤਾਂ ਬਾਬੇ ਨਾਨਕ ਵਾਲਾ। ਤੇ ਜਿਨ੍ਹਾਂ ਨੂੰ ਸਮਝ ਆ ਗਈ ਐਵੇਂ ਤਾਂ ਨਹੀਂ ਜਿੰਦੜੀਆਂ ਵਾਰ ਗਏ। ਔਖਾ ਉਹਨਾਂ ਨੂੰ ਲੱਗਦਾ, ਫਿਰ ਸਮਝਿਓ ਔਖਾ ਉਹਨਾਂ ਨੂੰ ਲੱਗਦਾ ਜਿਹਦੀ ਤਿਆਰੀ ਨਹੀਂ। ਹੁਣ ਸਾਡੀ ਤਿਆਰੀ ਨਹੀਂ, ਸਾਨੂੰ ਔਖਾ ਲੱਗਣਾ। ਪਰ ਜੇ ਅਸੀਂ ਪੜ੍ਹਨ ਲੱਗ ਪਏ ਰਾਹ 'ਤੇ ਤੁਰ ਪਏ, ਸਾਨੂੰ ਸੌਖਾ ਲੱਗਣਾ। ਕਦੇ ਪੁੱਛ ਕੇ ਵੇਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਵਰਗਿਆਂ ਨੂੰ, ਭਾਈ ਤਾਰੂ ਸਿੰਘ, ਭਾਈ ਮਣੀ ਸਿੰਘ ਵਰਗਿਆਂ ਨੂੰ ਔਖਾ ਲੱਗਿਆ ਕੁਛ? ਕਦੇ ਵੀ ਨਹੀਂ, ਕੁਛ ਵੀ ਨਹੀਂ ਲੱਗਿਆ। ਉਹ ਕਹਿੰਦੇ ਸਵਾਦ ਹੀ ਬੜਾ ਹੈ, ਔਖਾ ਤਾਂ ਕੁਛ ਵੀ ਨਹੀਂ। ਲੋਕਾਂ ਦੇ ਹਿਸਾਬ ਦੇ ਨਾਲ ਜਿਉਣਾ ਕਹਿੰਦੇ ਸਾਨੂੰ ਔਖਾ ਲੱਗਦਾ, ਇਹ ਜ਼ਮੀਰ ਦੇ ਨਾਲ ਸਮਝੌਤਾ ਨਹੀਂ। ਆ ਗੁਰੂ ਵਾਲੇ ਰਾਹ 'ਤੇ ਚੱਲ ਕੇ ਤਾਂ ਨਜ਼ਾਰਾ ਹੀ ਵੱਖਰਾ ਹੈ, ਸਵਾਦ ਹੀ ਆ ਗਿਆ। ਸਾਨੂੰ ਔਖਾ ਥੋੜ੍ਹੀ ਲੱਗਦਾ। ਜ਼ਮੀਰ ਦੇ ਨਾਲ ਜਿੱਦਣ ਸਮਝੌਤਾ ਕਰ ਲਿਆ ਨਾ ਵੀ ਦੁਨੀਆ ਦੇ ਹਿਸਾਬ ਨਾਲ ਚੱਲਾਂਗੇ, ਉਹ ਔਖਾ ਜਾਉਣਾ ਅਸਲ 'ਚ। ਅਤੇ ਸਾਡੀ ਮੱਤ ਉੱਥੋਂ ਇੱਕ ਖੜੀ ਹੈ ਲੋਕਾਂ ਦੇ ਹਿਸਾਬ ਨਾਲ। ਅਸੀਂ ਲੋਕ ਇਲਾਜ ਵੇਖਦੇ ਹਾਂ, ਸਾਨੂੰ ਹੁਣ ਗੁਰੂ ਵਾਲਾ ਰਾਹ ਔਖਾ ਲੱਗ ਰਿਹਾ, ਲੋਕਾਂ ਦੇ ਹਿਸਾਬ ਦੇ ਨਾਲ ਜਿਉਣਾ ਸੌਖਾ ਲੱਗ ਰਿਹਾ। ਵੀ ਜਿੱਧਰ ਨੂੰ ਚਿੱਤ ਕੀਤਾ ਤੁਰ ਪਓ ਬਸ। ਇਹ ਜਿਉਣਾ ਨਹੀਂ ਹੈ। ਇਹ ਬਿਰਤੀਆਂ ਕੁਛ ਹੋਰ ਨੇ, ਇਹ ਕਮਲਿਆਂ ਵਾਲੀਆਂ ਨੇ, ਇਹ ਖੂਹ 'ਚ ਡਿੱਗਣ ਵਾਲੀਆਂ ਬਿਰਤੀਆਂ ਨੇ ਵੀ ਇੱਕ ਡਿੱਗ ਪਿਆ ਸਾਰੀ ਚੱਲੋ। ਇਹ ਜਿਉਣਾ ਨਹੀਂ ਹੈ। ਸੰਸਾਰ ਦੇ ਵਿੱਚ ਕੁਛ ਨਹੀਂ ਖੱਟਿਆ। ਜੇ ਜਿਉਣਾ ਹੈ ਤਾਂ ਇੱਕ ਸਟੈਂਡ 'ਤੇ ਜਿਉਂ ਕੇ ਦਿਖਾ ਸੰਸਾਰ ਦੇ ਵਿੱਚ ਵੀ ਹਾਂ ਕੋਈ ਜਿਉਇਆ ਸੀ, ਕੋਈ ਇਨਸਾਨਾਂ ਵਾਲਾ ਮਰਦ ਵਰਗਾ ਬੰਦਾ ਜਿਉਂ ਕੇ ਗਿਆ ਸੀ। ਯਾਦ ਕਰਦੀ ਹੈ ਦੁਨੀਆ ਰਹਿੰਦੀ। ਸਤਿਗੁਰੂ ਕਹਿੰਦੇ ਸਤਿਗੁਰ ਵਿੱਚ ਆਪ ਰੱਖਿਓਣ ਕਰ ਪ੍ਰਗਟ ਆਖ ਸੁਣਾਇਆ। ਕਹਿੰਦੇ ਅਸੀਂ ਇਹ ਗੱਲ ਦੱਸਤੀ ਵੀ ਪ੍ਰਮਾਤਮਾ ਨੇ ਗੁਰੂ ਦੇ ਵਿੱਚ ਆਪਣੇ ਆਪ ਨੂੰ ਟਿਕਾ ਦਿੱਤਾ। ਗੁਰੂ ਬਾਣੀ ਹੈ ਅਤੇ ਬਾਣੀ ਦੇ ਵਿੱਚ ਨਿਰੰਕਾਰ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ। ਹੁਣ ਦੱਸੋ ਵੀ ਰੱਬ ਕਿੱਥੇ ਲੱਭਣਾ, ਕਿਹਦੇ ਅੱਗੇ ਮੱਥੇ ਟੇਕਣੇ ਨੇ, ਕਿੱਥੋਂ ਲੱਭਣਾ? ਕਿਸੇ ਪੱਥਰ ਤੋਂ, ਮੜੀ 'ਚੋਂ, ਕਬਰ 'ਚੋਂ, ਜੋਤ 'ਚੋਂ, ਕਿਸੇ ਮੂਰਤ 'ਚੋਂ, ਫੋਟੋ 'ਚੋਂ? ਬਾਣੀ ਦੇ ਫੈਸਲੇ ਨੇ। ਅਤੇ ਅਸੀਂ ਬਾਣੀ ਨਹੀਂ ਪੜ੍ਹੀ ਨਾ, ਸਾਡੀ ਤਿਆਰੀ ਨਹੀਂ, ਸਾਨੂੰ ਤਾਂ ਦਿੱਕਤ ਆਉਂਦੀ ਹੈ। ਸਾਡੇ ਝਮੇਲੇ ਤਾਂ ਖੜੇ ਹੁੰਦੇ ਨੇ, ਸਾਨੂੰ ਐਂ ਲੱਗਦਾ ਵੀ ਗਲਤ ਬੋਲਦੇ ਨੇ, ਪਰ ਗੁਰਬਾਣੀ ਦੇ ਫੈਸਲੇ ਨੇ। ਪਰ ਗੁਰੂ ਤਾਂ ਹਮੇਸ਼ਾ ਇਹੀ ਚਾਹੁੰਦਾ ਹੈ ਨਾ ਵੀ ਜਿਹੜਾ ਸੁਣਦਾ ਉਹਦਾ ਭਲਾ ਹੋਵੇ। ਗੁਰੂ ਹਮੇਸ਼ਾ ਚਾਹੁੰਦਾ। ਹੋ ਸਕਦਾ ਵੀ ਗੁਰੂ ਕਈ ਵਾਰ ਝਿੜਕ ਕੇ ਵੀ ਕਹਿ ਦਿੰਦਾ, ਪਿਓ ਬਰਾਬਰ ਹੈ ਸਾਡੇ, ਗੁਰੂ ਝਿੜਕ ਕੇ ਵੀ ਕਹਿ ਦਿੰਦਾ। ਕੁਛ ਬਚਨ ਤਿੱਖੇ ਵੀ ਹੁੰਦੇ ਨੇ, ਮਹਾਂਪੁਰਸ਼ਾਂ ਦੇ ਬਚਨ ਤਿੱਖੇ ਵੀ ਹੋ ਜਾਂਦੇ ਨੇ। ਮਾਂ ਬਾਪ ਵੀ ਕਈ ਵਾਰ ਝਿੜਕ ਲਾ ਦਿੰਦੇ ਨੇ ਜਦੋਂ ਬੱਚਾ ਨਾ ਟਿਕੇ। ਅਤੇ ਗੁਰੂ ਦੇ ਬਚਨ ਵੀ ਕਈ ਤਿੱਖੇ ਹੋ ਜਾਂਦੇ ਨੇ। ਗੁਰੂ ਕਈ ਵਾਰ ਮੂਰਖ ਵੀ ਕਹਿ ਦਿੰਦਾ, ਓਏ ਮੂਰਖਾ, ਉਹ ਕਮਲਿਆ, ਕਣ ਤੁਰਿਆ ਫਿਰਦਾ, ਜੀਵਨ ਬਰਬਾਦ ਕੀਤਾ ਤੂੰ, ਦੇਖ ਲੈ ਇੱਧਰ ਝਾਕ ਲੈ। ਅਤੇ ਕਦੇ ਗੁਰੂ ਪਿਆਰ ਦੇ ਨਾਲ ਗਲਵੱਕੜੀ 'ਚ ਵੀ ਲੈਂਦਾ। ਕਈ ਵਾਰ ਟਾਈਮ ਇਹੋ ਜਿਹਾ ਹੁੰਦਾ ਵੀ ਗੁਰੂ ਬਾਹਲੇ ਭੁੱਲੇ ਭਟਕਿਆਂ ਨੂੰ ਪਿਆਰ ਗਲਵੱਕੜੀ 'ਚ ਵੀ ਲੈਂਦਾ ਵੀ ਆ ਜਾ, ਬਹੁਤ ਟਾਈਮ ਹੋ ਗਿਆ ਤੈਨੂੰ, ਵਾਪਸ ਆ ਜਾ। ਤਰਸ ਕਰਦਾ ਹੈ ਗੁਰੂ ਸਾਡੇ 'ਤੇ, ਪਰ ਅਸੀਂ ਨਹੀਂ ਸੋਚਦੇ। ਅਸੀਂ ਥੋੜ੍ਹਾ ਜਿਹਾ ਮਤਲਬ ਵੀ ਮੱਤ ਇਹ ਜਿਹੀ ਹੋ ਗਈ ਕਿਰਤ ਘਣਾ ਵਾਲਾ ਵੀ ਅਸੀਂ ਜਿਹੜਾ ਸਾਡੇ 'ਤੇ ਅਹਿਸਾਨ ਕਰਦਾ ਅਸੀਂ ਭੁੱਲ ਜਾਂਦੇ ਹਾਂ। ਬਸ ਸਭ ਤੋਂ ਵੱਡੇ ਕਿਰਤ ਘਣ ਅਸੀਂ ਅਜੇ ਸਿੱਖ ਅਖਵਾਉਣ ਵਾਲੇ ਹੋ ਗਏ ਵੀ ਜਿਹੜੇ ਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਗਏ। ਕਿੱਡਾ ਤੁਸੀਂ ਕਮਾਲ ਵੇਖੋ ਵੀ ਦੁਨੀਆ ਦੇ ਵਿੱਚ ਇਤਿਹਾਸ ਨਹੀਂ ਹੋ ਜਾ। ਆਪਣੇ ਆਪ ਦੇ ਵਿੱਚ ਇਮਾਨਦਾਰੀ ਦੇ ਨਾਲ ਸੋਚ ਕੇ ਵੇਖੋ ਵੀ ਗੁਰੂ ਸਾਨੂੰ ਸਮਝਾਉਣ ਦੇ ਲਈ ਪਤਾ ਨਹੀਂ ਕਿੱਡੇ ਕਿੱਡੇ ਕੌਤਕ ਸਾਡੇ ਸਾਹਮਣੇ ਰੱਖ ਗਿਆ ਵੀ ਭਲਿਓ ਡਟ ਕੇ ਰਿਓ, ਜਾਨਾਂ ਵਾਰੀਆਂ ਜਾਂਦੀਆਂ ਨੇ ਮਾਰੀਆਂ ਜਾਣ, ਲੋੜ ਬਸ ਜ਼ਮੀਰ ਜਾਗਦੀ ਰਹਿਣੀ ਚਾਹੀਦੀ। ਇੱਥੋਂ ਤੱਕ ਕਿ ਆਪਦਾ ਸਾਰਾ ਕੁਛ ਵਾਰ ਕੇ ਦਿਖਾ ਗਏ ਵੀ ਆਹ ਦੇਖੋ, ਦਿਖਾ ਗਏ ਸਾਰਾ ਕੁਛ। ਪਹਿਲੀ ਪਾਤਸ਼ਾਹੀ ਤੋਂ ਲੈ ਕੇ 10 ਤੱਕ ਵੱਡੀਆਂ ਵੱਡੀਆਂ ਕੁਰਬਾਨੀਆਂ ਕਰ ਗਏ, ਸਭ ਕੁਛ ਵਿਖਾ ਗਏ। ਨਾਲੇ ਸੰਸਾਰ ਵਿੱਚ ਜਿਉਏ ਵੀ ਗ੍ਰਸਤੀ ਜੀਵਨ ਅਤੇ ਨਾਲੇ ਕਰਕੇ ਵੀ ਵਿਖਾਇਆ ਯਾ ਜਿਉਣਾ ਹੈ ਅਸਲ ਦੇ ਵਿੱਚ। ਅਤੇ ਦਿੱਕਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਦਿੱਕਤਾਂ ਆਉਂਦੀਆਂ ਨੇ। ਹੋ ਸਕਦਾ ਵੀ ਜਿੱਦਣ ਸੱਚ ਵਾਲੇ ਰਾਹ 'ਤੇ ਤੁਰੋ ਨਾ ਤੁਸੀਂ, ਆਮ ਜ਼ਿੰਦਗੀ ਨਾਲੋਂ ਦਿੱਕਤਾਂ ਵੱਧ ਆਉਣ। ਹੋ ਸਕਦਾ ਹੈ ਵੀ ਸੱਚ ਦੇ ਰਾਹ 'ਤੇ ਤੁਰੋਗੇ ਤਾਂ ਮੁਸ਼ਕਲਾਂ ਵੱਧ ਵੀ ਜਾਣ, ਕਿਉਂਕਿ ਸੱਚ ਦਾ ਰਾਹ ਇਵੇਂ ਦਾ ਹੈ, ਇੱਥੇ ਤੱਤੀਆਂ ਤਵੀਆਂ ਚਰਖੜੀਆਂ ਵੀ ਆ ਜਾਂਦੀਆਂ ਨੇ, ਰੰਬੀਆਂ ਵੀ ਆ ਜਾਂਦੀਆਂ ਨੇ, ਦੀਵਾਰਾਂ ਨੀਹਾਂ ਵੀ ਆ ਜਾਂਦੀਆਂ ਨੇ। ਪਰ ਜਿਹੜਾ ਗੁਰੂ ਨੂੰ ਪਿਆਰ ਕਰਦਾ ਨੇ, ਜਿਹਨੂੰ ਰਾਹ ਚੰਗਾ ਲੱਗਦਾ, ਉਹ ਇਹਨਾਂ ਮੁਸ਼ਕਲਾਂ ਨੂੰ ਵੇਖਦਾ ਹੀ ਨਹੀਂ, ਆਈ ਜਾਣ ਦੇ ਕੋਈ ਨਾ। ਸਾਨੂੰ ਇਹਨਾਂ ਤੋਂ ਦਿੱਕਤ ਥੋੜ੍ਹੀ ਹੈ, ਤਾਂ ਗੁਰੂ ਵਾਲਾ ਰਸਤਾ ਚਾਹੀਦਾ। ਲੋਕਾਂ ਦੇ ਹਿਸਾਬ ਦੇ ਨਾਲ ਤਾਂ ਠੀਕ ਹੀ ਆ ਨਾ ਬਰੇਹੇ, ਲੋਕ ਔਲਾਦ ਦੇ ਹਿਸਾਬ ਨਾਲ ਜਿਉਈਏ ਤਾਂ ਜ਼ਮੀਰ ਮਾਰ ਕੇ ਜਿਉਣੀ ਪੈਣੀ ਹੈ।
पर जे जमीर जगा के जिउंगीਆਂ ਤਾਂ ਚੀਜ਼ਾਂ ਸਾਨੂੰ ਪ੍ਰਵਾਨ ਨਹੀਂ, ਕੋਈ ਵੱਡੀ ਦਿੱਕਤ ਨਹੀਂ ਹੈ। ਪਰ ਉੱਥੋਂ ਤੱਕ ਤਿਆਰੀ ਚਾਹੀਦੀ ਹੈ ਮਨ ਮਜ਼ਬੂਤ ਕਰਨ ਦੇ ਲਈ, ਅਤੇ ਉਹ ਤਿਆਰੀ ਸਾਡੀ ਹੈ ਨਹੀਂ। ਅਸੀਂ ਪੜ੍ਹਨ ਨੂੰ ਤਿਆਰ ਨਹੀਂ, ਨਾ ਅਸੀਂ ਇਤਿਹਾਸ ਨੂੰ ਫਰੋਲਣ ਨੂੰ ਤਿਆਰ ਹਾਂ ਵੀ ਸਾਡਾ ਇਤਿਹਾਸ ਕੀ ਹੈ। ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਹਲੂਣਾ ਦਿੰਦੀ ਹੈ, ਜਗਾਉਂਦੀ ਹੈ, ਜ਼ਮੀਰ ਜਗਾਉਂਦੀ ਹੈ, ਸਾਡੀ ਮਜ਼ਬੂਤੀ ਦਿੰਦੀ ਹੈ, ਪਰਪੱਕਤਾ ਨਾਲ ਰਹਿ। ਜ਼ਮੀਰ ਜਗਾ ਕੇ ਕੀ ਸੱਚ ਦੇ ਰਾਹ 'ਤੇ ਅਸੀਂ ਕੀ ਤੁਰ ਪਾਵਾਂਗੇ। ਅਸੀਂ ਤਾਂ ਨਿੱਕੇ ਨਿੱਕੇ ਝਮੇਲਿਆਂ ਤੋਂ ਨਹੀਂ ਨਿਕਲੇ, ਨਿੱਕੀਆਂ ਨਿੱਕੀਆਂ ਗੱਲਾਂ ਤੋਂ। ਅਸੀਂ ਤਾਂ ਮੰਤਰ ਟੂਣੇ ਕਰਦੇ ਤੁਰੇ ਫਿਰਦੇ ਹਾਂ। ਅਜੇ ਤਾਂ ਪਾਣੀ ਕਰਾ ਲਿਆ, ਧਾਗਾ ਕਰਾ ਲਿਆ, ਬਸ ਇਹਨਾਂ ਚੀਜ਼ਾਂ ਦੇ ਡਰ ਨੇ ਸਾਡੇ। ਕੋਈ ਫਲਾਣੇ ਦਾ ਤਵੀਤ ਡਿੱਗ ਪਿਆ, ਫਲਾਣੇ ਦਾ ਧਾਗਾ ਡਿੱਗ ਪਿਆ, ਆਹ ਚੀਜ਼ ਕਿਸੇ ਨੇ ਸਾਡੇ ਘਰੇ ਕਰਾਤਾ, ਕੁਛ ਲੱਡੂ ਧਰ ਗਿਆ, ਕੋਈ ਆਂਡੇ ਧਰ ਗਿਆ, ਕੋਈ ਕੁਛ ਕਰ ਗਿਆ। ਆਹ ਚੀਜ਼ਾਂ ਡਰ ਵਾਲੀਆਂ ਚੀਜ਼ਾਂ ਨਹੀਂ, ਕੱਢੋ ਇਹਨਾਂ ਨੂੰ ਬਸ। ਜੇ ਡਰੋਗੇ ਉਨਾ ਹੀ ਡਰਿਆ ਜਾਂਦਾ ਬਸ। ਜਿਹੜਾ ਬੰਦਾ ਡਰੇਗਾ ਉਹਨੂੰ ਵੱਧ ਡਰਾਇਆ ਜਾਵੇਗਾ, ਪਰ ਜੇ ਨਹੀਂ ਡਰੋਗੇ ਤਾਂ ਕੋਈ ਫਰਕ ਨਹੀਂ ਪੈਂਦਾ। ਇਹ ਪ੍ਰੈਕਟੀਕਲ ਕਰਕੇ ਵੇਖਿਆ ਜੀਵਨ ਵਿੱਚ। ਜਿੰਨਾ ਡਰੋਗੇ ਉਨਾ ਹੀ ਭਰਮ ਭੁਲੇਖਿਆਂ 'ਚ ਪਾਓਗੇ। ਪਰ ਇੱਕ ਵਾਰ ਨਿਡਰ ਹੋ ਕੇ ਵੇਖੋ ਵੀ ਸਾਨੂੰ ਡਰ ਨਹੀਂ ਹੈ, ਕੋਈ ਚੀਜ਼ ਕੋਈ ਭੂਤ ਨਹੀਂ ਚਿੰਬੜਦਾ। ਫਿਰ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਅਤੇ ਅੱਗੇ ਗੁਰਦੇਵ ਜੀ ਕਹਿੰਦੇ ਸਤਿਗੁਰ ਮਿਲਿਆ, ਆਪਾਂ ਸਮਝ ਲਿਆ ਵੀ ਗੁਰੂ ਦੇ ਵਿੱਚ ਹੀ ਰੱਬ ਆ। ਕਹਿੰਦੇ ਸਤਿਗੁਰ ਮਿਲਿਆ ਸਦਾ ਮੁਕਤ ਹੈ। ਜਿਹੜਾ ਗੁਰੂ ਖੁਦ ਮੁਕਤ ਆ ਨਾ, ਜਿਹੜੇ ਗੁਰੂ ਦੇ ਵਿੱਚ ਖੁਦ ਚ ਨਿਰੰਕਾਰ ਦਾ ਵਾਸ ਆ, ਉਹਦੇ ਨਾਲ ਜੁੜਿਆ ਹੋਇਆ ਬੰਦਾ ਵੀ ਮੁਕਤ ਹੋ ਜਾਂਦਾ। ਕਾਹਦੇ ਤੋਂ ਮੁਕਤ ਹੋ ਜਾਂਦਾ? ਦੁਨੀਆ ਦੇ ਝੰਬੇਲਿਆਂ 'ਚੋਂ, ਡਰਾਂ 'ਚੋਂ, ਫਿਕਰਾਂ 'ਚੋਂ ਬਸ ਮੁਕਤ, ਆਜ਼ਾਦ ਹੋ ਜਾਂਦਾ, ਆਜ਼ਾਦ ਹਸਤੀ। ਕਿਉਂਕਿ ਸਰੀਰ ਸੰਸਾਰ ਵਿੱਚ ਹੀ ਰਹਿਣਾ, ਪਰ ਸੁਰਤ ਸਾਡੀ ਆਜ਼ਾਦ ਆ, ਸੁਰਤ ਕਰਕੇ ਆਜ਼ਾਦ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਵਿੱਚੋਂ ਹੰਕਾਰ ਨਿਕਲ ਜਾਂਦਾ, ਮੋਹ, ਚੀਜ਼ਾਂ ਦਾ ਮੋਹ। ਅਤੇ ਮੋਹ ਸਿਰਫ ਪਰਿਵਾਰ ਦਾ ਨਹੀਂ ਹੁੰਦਾ, ਮੋਹ ਬੜੀਆਂ ਚੀਜ਼ਾਂ ਦੇ ਨਾਲ ਹੋ ਜਾਂਦਾ, ਬੜੇ ਕਾਸੇ ਵਸਤੂਆਂ ਨਾਲ ਵੀ ਹੋ ਜਾਂਦਾ। ਮੁਕਤ ਕਰ ਦਿੰਦਾ ਗੁਰੂ ਸਾਨੂੰ ਸੁਰਤ ਕਰਕੇ, ਆਜ਼ਾਦ ਕਰ ਦਿੰਦਾ। ਆਜ਼ਾਦ ਕਿਵੇਂ ਕਰਦਾ? ਵੀ ਬਸ ਐਂ ਜੇ ਨਾ ਸਮਝੀ ਜਾਏ ਵੀ ਕਿਤੇ ਜੰਡ 'ਚ, ਕਿਸੇ ਪੱਥਰ 'ਚ, ਕਿਸੇ ਕਬਰ 'ਚ ਰੱਬ ਆ, ਮੁਕਤ ਹੋ ਜਾਏ ਇਹਨਾਂ ਗੱਲਾਂ ਤੋਂ, ਛੱਡ ਦੇ ਇਹਨਾਂ ਨੂੰ। ਆਹ ਸੁਰਤ ਜਕੜੀ ਬੈਠਾ ਨਾ ਜਿੱਥੇ, ਮਤਲਬ ਇਹਨੂੰ ਬਲੇਮੇ ਪਏ ਹੋਏ ਨੇ ਕਾਸੇ ਚੀਜ਼ਾਂ ਦੇ ਵੀ, ਇੱਥੇ ਰੱਬ ਹੈ, ਖੋਰੇ ਇੱਥੇ ਆ, ਫਲਾਣੇ ਬਾਬੇ 'ਚ, ਫਲਾਣੇ ਦੇ ਗਿੱਟਿਆਂ 'ਚ, ਇਹ ਚੀਜ਼ਾਂ ਨਿਕਲ ਜਾਣਗੀਆਂ। ਵੀ ਖਾਣੀ ਜੋਤ 'ਚ ਹੀ, ਧੂਫ 'ਚ ਹੀ ਰੱਬ ਤੁਰਿਆ ਫਿਰਦਾ ਨਾ। ਇਹਨਾਂ ਚੀਜ਼ਾਂ ਤੋਂ ਮੁਕਤ ਹੋਏ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ। ਮਾਨਸਿਕ ਗੁਲਾਮੀ ਹੈ ਤੇਰੀ। ਐਡਾ ਵੱਡਾ ਸਰੀਰ, ਐਡੀ ਵੱਡੀ ਦੇਹ, ਇਹ ਬੰਦਾ ਜਿਹੜਾ ਵੱਡੇ ਵੱਡੇ ਜਾਨਵਰ ਕੈਦ ਕਰ ਲੈਂਦੇ, ਬਿੱਲੀਆਂ ਤੋਂ ਡਰਦਾ ਤੁਰਿਆ ਫਿਰਦਾ। ਕੋਈ ਬਿੱਲੀ ਲੰਘ ਗਈ, ਕਿਸੇ ਨੇ ਛਿੱਕ ਮਾਰਤੀ, ਬਸ ਇਹਨਾਂ ਚੀਜ਼ਾਂ ਤੋਂ, ਇੱਟਾਂ ਤੋਂ ਡਰੀ ਜਾਂਦਾ ਬੰਦਾ, ਥਾਵਾਂ ਤੋਂ ਡਰੀ ਜਾਂਦਾ, ਬਸ ਨਿੱਕੀਆਂ ਨਿੱਕੀਆਂ ਧਾਗਿਆਂ ਤੋਂ ਡਰੀ ਜਾਂਦਾ, ਤਵੀਤਾਂ ਤੋਂ ਡਰੀ ਜਾਂਦਾ। ਐਡਾ ਵੱਡਾ ਬੰਦਾ, ਡਰਨ ਦੀ ਲੋੜ ਨਹੀਂ ਹੈ, ਮੁਕਤ ਹੋ ਜਾ ਬਸ। ਨਿਡਰ ਕਰ ਦਿੰਦਾ ਹੈ ਗੁਰੂ। ਇਹ ਹੈ ਗੁਰੂ ਦੀ ਸ਼ਖਸੀਅਤ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਆਹ ਚੀਜ਼ਾਂ ਦਾ ਮੋਹ ਜਿਹੜਾ ਪਿਆ ਹੋਇਆ ਨਾ ਤੈਨੂੰ ਬੜਾ ਜ਼ਿਆਦਾ, ਮਰਨ ਮਿਟਣ ਤੱਕ ਜਾਣਾ ਜਿਨ੍ਹਾਂ ਦੇ ਲਈ, ਉਹ ਬੋਲ ਕੇ ਦਿਖਾਵੇ ਕੋਈ ਸਾਨੂੰ, ਫਲਾਣੇ ਬਾਬੇ ਸਾਡੇ ਬਾਰੇ ਬੋਲੇ, ਕੋਈ ਐਂ ਜਿਉਂ ਕਰੇ, ਇਹ ਮੋਹ ਹੀ ਤੇਰੇ ਖਤਮ ਹੋ ਜਾਣਗੇ ਸਾਰੇ। ਸਤਿਗੁਰੂ ਕਹਿੰਦੇ ਉੱਤਮੇ ਵਿਚਾਰ ਹੈ। ਸਾਰਿਆਂ ਨਾਲੋਂ ਵਿਚਾਰ ਸੋਹਣੀ ਪਤਾ ਕਿਹੜੀ ਹੈ? ਸਾਰਿਆਂ ਨਾਲੋਂ ਸੋਹਣੀ ਕਹਿੰਦੇ ਜਿਨ ਸੱਚੇ ਸਿਉਂ ਚਿੱਤ ਲਾਇਆ। ਸਭ ਤੋਂ ਸੋਹਣਾ ਪੱਖ ਹੀ ਹੈ ਵੀ ਸੱਚੇ ਦੇ ਨਾਲ ਚਿੱਤ ਲਾ ਲੈ, ਸੱਚਾ ਪਰਮਾਤਮਾ, ਭਾਵ ਸੱਚੇ ਦੇ ਨਾਲ ਚਿੱਤ ਲਾਉਣਾ, ਸੱਚ ਨਾਲ ਜੁੜ ਜਾ, ਬਸ ਇਹੀ ਉੱਤਮ ਵਿਚਾਰ। ਜਿੱਦਣ ਸੱਚ ਦੇ ਨਾਲ ਜੁੜ ਗਿਆ ਨਾ, ਜੀਵਨ ਵਿੱਚ ਸੱਚ ਆ ਗਿਆ, ਸਭ ਤੋਂ ਸੋਹਣਾ ਕਾਰਜ ਇਹੀ ਹੈ। ਅਤੇ ਸਭ ਨਾਲੋਂ ਵੱਡੀ ਸਿਆਣਪ ਤੇਰੀ ਇਹੀ ਹੈ, ਸਾਰਿਆਂ ਨਾਲੋਂ ਵੱਡੀ ਸਿਆਣਪ। ਐਵੇਂ ਬਸ ਗੱਲਾਂ ਜਿਹੀਆਂ ਨਾ ਕਰੀ ਜਾਇਆ ਕਰ ਵੀ ਮੇਰੀ ਇੰਨੀ ਉਮਰ ਹੋ ਗਈ ਸਾਨੂੰ ਦੱਸਣਾ, ਇਹ ਤੇਰੀ ਸਿਆਣਪ ਨਹੀਂ ਹੈ। ਜਾਂ ਤਾਂ ਇਹ ਦੱਸ ਵੀ ਸੱਚ ਹੈ ਤੇਰੇ ਪੱਲੇ। ਸਰੀਰ ਦੇ ਹਿਸਾਬ ਦੇ ਨਾਲ ਨਹੀਂ ਦੇਖਿਆ ਜਾਂਦਾ, ਉਮਰ ਦੇ ਹਿਸਾਬ ਦੇ ਨਾਲ ਨਹੀਂ ਵੇਖਿਆ ਜਾਂਦਾ ਹੁੰਦਾ। ਸਿਆਣਪ ਸਾਡੀ ਸੁਰਤ ਦਾ ਵਿਸ਼ਾ ਹੈ। ਸੁਰਤ ਵੀ ਸੁਰਤ 'ਚ ਸਿਆਣਪ ਆਈ ਹੈ। ਸਿਆਣਪ ਬਜ਼ੁਰਗੀ ਦੇ ਨਾਲ ਨਹੀਂ ਆਉਂਦੀ, ਸਿਆਣਪ ਪੜ੍ਹਨ ਸਮਝ ਦੇ ਨਾਲ ਆਉਂਦੀ ਹੈ। ਇਹ ਨਹੀਂ ਹੈ 7 ਸਾਲ ਦੇ ਅਤੇ 9 ਸਾਲ ਦੇ ਜ਼ੋਰਾਵਰ ਸਿੰਘ ਵਰਗੇ, ਫਤਿਹ ਸਿੰਘ ਵਰਗੇ ਨੂੰ ਜਿਹੜੀ ਸਿਆਣਪ ਆ ਗਈ, ਸਾਨੂੰ ਤਾਂ 80-80 ਸਾਲ ਜੀ ਆਉਂਦੀ ਹੈ, ਪਰ ਸਾਨੂੰ ਤਾਂ ਨਹੀਂ ਆਉਣੀ। ਹੁਣ ਉਹਨਾਂ ਨੇ ਕਿਹੜਾ ਦੁਨੀਆ ਫਿਰ ਲਈ ਬੜੇ ਇੱਥੇ ਵੀ ਦੇਖੋ ਜੀ ਅਸੀਂ ਤਾਂ ਦੁਨੀਆ ਗਾਲੀ, ਸਾਨੂੰ ਜਿਹੜੀ ਗੱਲ ਦਾ ਤੁਹਾਨੂੰ ਨਹੀਂ ਪਤਾ, ਸਾਨੂੰ ਬੜਾ ਪਤਾ ਹੈ। ਤਜਰਬਾ ਹੋ ਗਿਆ ਸਾਡਾ। ਵੀ ਤਜਰਬਾ ਕਾਹਦਾ ਹੋ ਗਿਆ? ਜਿਹੜੀ ਚੀਜ਼ ਸੁਰਤ 'ਚ ਹੁੰਦੀ ਹੈ ਨਾ, ਤਜਰਬਾ ਉਹਦਾ ਹੁੰਦਾ, ਬੰਦੇ ਨੂੰ ਤਜਰਬਾ ਉਹਦਾ ਹੁੰਦਾ। ਹੁਣ 7 ਸਾਲ ਦਾ ਫਤਿਹ ਸਿੰਘ ਕਿੱਡੀ ਕੁ ਦੁਨੀਆ ਗਾਲੀ ਸੀ, ਅਨੰਦਪੁਰ ਤੋਂ ਤਾਂ ਕਦੇ ਬਾਹਰ ਨਹੀਂ ਨਾ ਗਏ ਹੋਣੇ, ਪਰ ਜਿਹੜੀ ਗੱਲ ਸੁਰਤ ਸੀ, ਤਜਰਬਾ ਉਹਦਾ ਸੀ ਵੀ ਗੁਰੂ ਤੋਂ ਵੱਡੀ ਕੋਈ ਚੀਜ਼ ਨਹੀਂ ਹੈ, ਨਿਰੰਕਾਰ ਤੋਂ ਵੱਡੀ ਚੀਜ਼ ਨਹੀਂ। ਜਿਹੋ ਜਿਹਾ ਭਾਂਡਾ ਇੱਥੇ ਹੋਵੇਗਾ ਉਹ ਜਿਹਾ ਵਿਚਰੇਗਾ। ਤਜਰਬਾ ਕਾਹਦਾ ਹੋਇਆ? ਤਜਰਬਾ ਤਾਂ ਉਹ ਹੈ ਵੀ ਸੱਚ 'ਤੇ ਕਿੰਨਾ ਕੁ ਤਜਰਬਾ ਕਰਕੇ ਵੇਖਿਆ ਹੁਣ ਤੱਕ।
ਵੀ ਜੀਵਨ ਦੇ ਜੀ ਅਸੀਂ ਸਾਰੇ ਪੱਖ ਜਾਣਦੇ, ਅਸੀਂ ਲੋਕਾਂ ਦੇ ਦੁਨੀਆ ਗੱਲਾਂ ਜਾਣਦੇ ਹਾਂ, ਬੜੇ ਇਹੋ ਜਿਹੇ ਗੱਲਾਂ ਕਰਦੇ ਨੇ ਵੀ ਦੇਖੋ ਸਾਨੂੰ ਤਜਰਬਾ ਹੈ, ਕੀ ਪਤਾ ਕਿਹੜੇ ਐਂਗਲ ਤੋਂ ਕਿਸੇ ਦਾ ਦੁੱਖ ਸੁਣਿਆ ਹੋਣਾ ਤੂੰ, ਕੀ ਪਤਾ ਕਿਹਦਾ ਪੱਖ ਪੂਰਿਆ ਹੋਣਾ, ਕਿਹੜੀ ਚੀਜ਼ ਦਾ ਤਜਰਬਾ ਹੈ ਤੈਨੂੰ। ਇਹਦਾ ਆਪੋ ਆਪਣਾ ਵਿਸ਼ਾ ਹੈ ਨਾ। ਤਜਰਬਾ ਐਵੇਂ ਨਹੀਂ ਆਉਂਦਾ ਹੁੰਦਾ, ਤਜਰਬਾ ਆਉਣਾ ਸਮਝ ਕੇ ਆਉਂਦਾ। ਤੇ ਇਸ ਕਰਕੇ ਗੁਰਦੇਵ ਸੱਚੇ ਪਾਤਸ਼ਾਹ ਜੀ ਜਿਹੜੀ ਗੱਲ ਆਖਦੇ ਨੇ ਵੀ ਉੱਤਮ ਇਹ ਵਿਚਾਰ ਹੈ, ਉਹ ਤੇਰੀ ਵੱਡੀ ਸਿਆਣਪ ਹੈ ਜੇ ਤੇਰੀ ਸੁਰਤ ਵਿੱਚ ਸੱਚ ਹੈ। ਨਿਰੰਕਾਰ ਤੋਂ ਬਿਨਾਂ ਕੋਈ ਨਹੀਂ ਨਾ, ਤੂੰ ਸਿਆਣਾ ਹੈ। ਤੇ ਫਿਰ ਜੇ ਉਹ ਤੋਂ ਬਿਨਾਂ ਕੋਈ ਹੋਰ ਦਿਮਾਗ 'ਚ ਹੈ, ਫਿਰ ਇਹ ਮਹੀਨਾ ਇੱਥੇ ਬਸ ਜ਼ੋਰ ਨਾਲ ਕਹੇ ਮੈਂ ਸਿਆਣਾ, ਤੇਰਾ ਇਹ ਕਮਲਪੁਣਾ ਹੀ ਆ। ਫਿਰ ਸਾਨੂੰ ਤੇਰੀ ਪ੍ਰਵਾਹ ਨਹੀਂ ਵੀ ਤੂੰ ਸਿਆਣਾ ਹੈ ਕਿਤੇ ਬਹੁਤਾ, ਗੁਰੂ ਨੂੰ ਪ੍ਰਵਾਹ ਨਹੀਂ ਵੀ ਜ਼ਿਆਦਾ ਹੀ ਸਿਆਣਾ, ਕਿਤੇ ਵਾਹਵਾ ਉਮਰ ਜੀ ਹੋ ਗਈ ਵੀ ਇਹ ਸਭ ਤੋਂ ਬਿੱਧ ਸਿਆਣਾ ਹੈ ਨਾ, ਵੀ ਇਹਨੂੰ ਅੱਗੇ ਲਾ ਕੇ ਰੱਖੀਏ ਵੀ ਕੀ ਪਤਾ ਸਾਰਿਆਂ ਨੂੰ ਲੈ ਕੇ ਖੂਹ 'ਚ ਡਿੱਗ ਪਏ, ਇਹਦੇ ਸਿਆਣੇ ਦਾ ਕੀ ਫਾਇਦਾ। ਫਿਰ ਇਹੋ ਜਿਹਾ ਸਿਆਣਾ ਤਾਂ ਕੱਲ੍ਹ ਨੂੰ ਕਹੋ ਵੀ ਆ ਜਾਓ ਮੇਰੇ ਮੰਗਰ ਲੱਗੇ ਆਪਾਂ ਫਲਾਣੇ ਡੇਰੇ ਚੱਲੀਏ, ਆ ਜਾਓ ਬੈਠ ਕੇ ਆਪਾਂ ਅੱਖਾਂ ਬੰਦ ਕਰਕੇ ਭਗਤੀ ਕਰੀਏ, ਇਹੋ ਜਿਹੇ ਸਿਆਣੇ ਦਾ ਕੀ ਫਾਇਦਾ। ਇਹੋ ਜਿਹਾ ਸਿਆਣਾ ਕਹੂ ਕੱਲ੍ਹ ਨੂੰ ਕਿਤੇ ਹੋਰ ਆਪਾਂ ਮੜੀ 'ਤੇ ਚੱਲਦੇ ਹਾਂ, ਇਹੋ ਜਿਹੇ ਸਿਆਣੇ ਦਾ ਕੀ ਫਾਇਦਾ। ਕੱਲ੍ਹ ਨੂੰ ਕਿਤੇ ਲੈ ਕੇ ਖੂਹਾਂ 'ਤੇ ਡਿੱਗੋ। ਸਿਆਣਪੇ ਦੇ ਨਾਲ ਨਹੀਂ ਹੁੰਦੀ, ਸਿਆਣਪੇ ਨਹੀਂ ਹੁੰਦੀ, ਚਿੱਟੇ ਵਾਲ ਆ ਜਾਣੇ ਸਿਆਣਪ ਨਹੀਂ ਹੁੰਦੀ। ਹਮੇਸ਼ਾ ਸਮਝਦੇ ਇਹ ਬਜ਼ੁਰਗੀ ਨਹੀਂ ਹੁੰਦੀ, ਬਜ਼ੁਰਗੀ ਸਰੀਰ ਦੀ ਨਹੀਂ, ਬਜ਼ੁਰਗੀ ਸੁਰਤ ਦੀ। ਸਿਆਣਾ ਹੋ ਗਿਆ ਕਿਤੋਂ ਇੱਥੋਂ। ਅਸੀਂ 7 ਸਾਲ ਦੇ ਬੱਚੇ ਨੂੰ ਬਾਬਾ ਕਿਉਂ ਕਹਿ ਦਿੰਦੇ ਹਾਂ, ਬਾਬਾ ਫਤਿਹ ਸਿੰਘ, ਬਾਬਾ ਜ਼ੁਰਗ ਮਾਣ ਨਾਲ ਕਹਿੰਦੇ, ਬਾਬਾ ਬਜ਼ੁਰਗ ਨੂੰ ਕਹਿੰਦੇ ਅਸਲ ਵਿੱਚ। ਸਿਆਣਪੀ ਨੇ ਬਾਬਾ ਕਹਿ ਦਿੰਦੇ ਹਾਂ ਅਸੀਂ ਵੀ ਸਾਡੇ ਨਾਲੋਂ ਕਿਤੇ ਸਿਆਣ। 7 ਸਾਲ ਨੂੰ ਮੱਤ ਆ ਗਈ, ਸਾਨੂੰ 70 ਸਾਲ ਨੂੰ ਨਹੀਂ ਆਈ। ਇਹ ਨੇ ਤਜਰਬੇ ਉਹਨਾਂ ਦੇ, ਸਾਡੇ ਨਾਲੋਂ ਕਿਤੇ ਬਹੁਤਾ ਤਜਰਬਾ ਉਹਨਾਂ ਨੂੰ ਹੈ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ, ਸਭ ਤੋਂ ਵੱਡੀ ਸਿਆਣਪ ਨਿਰੰਕਾਰ ਦੇ ਨਾਲ ਜੁੜਨਾ। ਇਹ ਗੁਰਬਾਣੀ ਦਾ ਫੈਸਲਾ ਹੈ। ਕਹਿੰਦੇ ਇਸੇ ਤਰੀਕੇ ਦੇ ਨਾਲ ਜਗ ਜੀਵਨ ਦਾਤਾ ਪਾਇਆ। ਜਿਹੜਾ ਜੀਵਨ ਦੇਣ ਵਾਲਾ ਦਾਤਾ ਹੈ ਨਾ, ਉਹ ਪਾਇਆ ਜਾ ਸਕਦਾ। ਜੀਵਨ ਦਿੱਤਾ ਉਹਨੇ ਹੈ, ਪਰ ਇਹਨੂੰ ਜਿਉਣ ਦਾ ਤਰੀਕਾ ਉਹਨੂੰ ਮਿਲ ਕੇ ਹੀ ਆਉਣਾ। ਜੀਵਨ ਦੇ ਤਾਂ ਉਹਨੇ, ਹੁਣ ਇਹਨੂੰ ਸਿੱਖਣ ਦੇ ਲਈ ਗੁਰੂ ਦੇ ਨਾਲ ਜੁੜ ਵੀ ਗੁਰੂ ਸਾਹਿਬ ਮੈਨੂੰ ਜੀਵਨ ਮਿਲ ਗਿਆ, ਮੈਂ ਜਿਉਵਾਂ ਕਿਵੇਂ ਇਹਨੂੰ। ਆਪਦੀ ਮੱਤ ਦੇ ਮੁਤਾਬਕ ਨਾ ਜਿਉਂ, ਲੋਕਾਂ ਦੇ ਹਿਸਾਬ ਦੇ ਨਾਲ ਨਾ ਜਿਉਂ। ਗੁਰੂ ਤੋਂ ਸਿੱਖ ਮੈਂ ਜਿਉਣਾ ਕਿਵੇਂ, ਫਿਰ ਗੁਰੂ ਦੱਸੇਗਾ ਤੈਨੂੰ ਵੀ ਐਂ ਜਿਉਣਾ ਹੈ। ਕਮਲਾ ਹੋ ਕੇ ਨਾ ਜਿਉਂ ਹੀ ਚੱਲੀ ਕਿਤੇ, ਤੇ ਪਸ਼ੂਆਂ ਵਾਂਗੂ ਨਾ ਜਿਉਂ ਹੀ ਚੱਲੀ ਕਿਤੇ। ਐਂ ਜੇ ਕਿ ਮੈਂ ਸਿਆਣਾ ਬਸ ਇਹ ਕਹਿ ਕੇ ਨਾ ਜਿਉਂ ਹੀ ਚੱਲੀ ਬਸ। ਇੱਥੇ ਗੁਰੂ ਤੋਂ ਪੁੱਛ ਵੀ ਕਿਵੇਂ ਜਿਉਣਾ, ਫਿਰ ਅਹਿਸਾਸ ਹੋਵੇਗਾ ਵੀ ਗੁਰੂ ਸਾਹਿਬ ਹੁਣ ਤੱਕ ਤਾਂ ਅਸੀਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਰਹੇ, ਠੇਡੇ ਖਾਂਦੇ ਰਹੇ, ਬੜੇ ਥਾਵਾਂ ਤੁਰੇ ਫਿਰਦੇ ਰਹੇ, ਕਮਲਿਆਂ ਵਾਲੀ ਜ਼ਿੰਦਗੀ ਸੀ। ਹੁਣ ਸ਼ਰਨ 'ਚ ਆਇਆ, ਹੁਣ ਟਿਕਾਏ ਰਹੇ ਸੰਤ ਹੋਂ ਟੋਲ, ਸਾਧ ਬਹੁਤ ਤੇਰੇ ਡਿੱਠੇ। ਬੜਾ ਕੁਛ ਦੇਖ ਲਿਆ ਗੁਰੂ ਜੀ, ਹੁਣ ਤੁਹਾਡੇ ਬਿਨਾਂ ਕੁਛ ਵੀ ਨਹੀਂ ਹੈ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਇੱਥੇ ਤਾਂ ਗੁਰੂ ਕੋਲ ਭਾਵੇਂ ਛੋਟਾ ਆ ਰਿਹਾ ਭਾਵੇਂ ਵੱਡਾ ਆ ਰਿਹਾ, ਉਹਦੇ ਨਿਗਾਹ ਦੇ ਵਿੱਚ ਸਾਰੇ ਬਰਾਬਰ ਨੇ। ਉਹ ਇਹ ਨਹੀਂ ਵੇਖਦਾ ਵੀ ਆਹ ਵੱਡਾ ਬੈਠਾ ਛੋਟੇ ਆ, ਇੱਧਰ ਨੂੰ ਅਲੱਗ ਕਰ ਦਿਓ, ਇੱਧਰ। ਉਹ ਉਪਦੇਸ਼ ਸਾਰਿਆਂ ਨੂੰ ਸਾਂਝਾ ਦਿੰਦਾ ਹੈ, ਭਾਵੇਂ ਇੱਥੇ 10 ਸਾਲ ਦਾ ਆ ਜੇ ਭਾਵੇਂ ਇੱਥੇ 50 ਸਾਲ ਦਾ ਆ ਜੇ, ਉਹਦੇ ਲਈ ਦੋਵੇਂ ਨੇ। ਉਹਨੇ ਕਰਮ ਦੇਖਣੇ ਨੇ ਸਾਡੇ, ਉਹਨੇ ਉਮਰ ਨਹੀਂ ਵੇਖਣੀ, ਉਹ ਕਰਮ ਦੇਖਦਾ। ਉਹਦੇ ਲਈ ਤਾਂ ਬੱਚੇ ਨੇ ਸਾਰੇ, ਜਦੋਂ ਗੁਰੂ ਦੀ ਸ਼ਰਨ 'ਚ ਉਹਨਾਂ ਨੇ ਇੱਥੇ ਬੱਚੇ ਹੀ ਨੇ ਸਾਰੇ। ਅਤੇ ਇੱਥੇ ਇਹ ਨਹੀਂ ਪਤਾ ਬੱਚਾ ਛੇਤੀ ਸਮਝੇ ਅਤੇ ਵੱਡੇ ਨੂੰ ਥੋੜ੍ਹਾ ਤਰੀਕੇ ਨਾਲ ਸਮਝਾਉਣਾ ਪਵੇ, ਫਿਰ ਇਹ ਵੀ ਹੋ ਜਾਂਦਾ ਹੈ ਨਾ। ਜਗਜੀਵਨ ਦਾਤਾ ਪਾਇਆ, ਜਗਜੀਵਨ ਦਾਤਾ ਗੁਰੂ ਦੇ ਨਾਲ ਜੁੜ ਕੇ ਪਾਇਆ ਜਾ ਸਕਦਾ ਹੈ। ਅਤੇ ਕਿਤੇ ਇਹ ਕਹਿ ਦੇਵੇਂ ਵੀ ਗੁਰੂ ਦੇ ਮੈਂ ਪਾਠ ਹੀ ਕਰੀ ਚੱਲਾਂ ਫਿਰ ਰੱਬ ਮਿਲਣਾ, ਕਹਿੰਦੇ ਨਹੀਂ, ਇਹਦੇ ਬਚਨਾਂ 'ਚ ਹੀ ਉਹ ਪਿਆ ਹੈ। ਇਹਦੇ ਬਚਨ ਕਮਾਲ ਹੈ, ਨਿਰੰਕਾਰ ਮਿਲ ਪੈਣਾ। ਕਿਤੇ ਵੱਖਰਾ ਨਾ ਕੱਢਦੀ ਵੀ ਗੁਰੂ ਅਲੱਗ ਹੋ ਗਿਆ ਅਤੇ ਰੱਬ ਅਲੱਗ, ਨਾ, ਵਿੱਚ ਹੀ ਹੈ। ਆਪਾਂ ਵਿਸਥਾਰ ਸਹਿਤ ਸਮਝ ਚੁੱਕੇ ਹਾਂ। ਸਤਿਗੁਰੂ ਰਹਿਮਤ ਕਰਨ, ਸਾਡੀ ਮੱਤ ਤੋਂ ਪਰਦਾ ਉੱਠੇ, ਅਸੀਂ ਜਾਂ ਖੁਦ ਉਠਾਉਣ ਦਾ ਯਤਨ ਕਰੀਏ। ਪੜ੍ਹੀਏ ਬਾਣੀ, ਸਾਨੂੰ ਪਤਾ ਲੱਗੇ ਵੀ ਸਾਡੀ ਗੁਰਬਾਣੀ, ਸਾਡਾ ਇਤਿਹਾਸ ਕੀ ਹੈ। ਭੰਬਲ ਭੂਸੇ 'ਚੋਂ ਬਾਹਰ ਆਈਏ, ਗੁਰੂ ਦੇ ਨਾਲ ਜੁੜ ਜਾਈਏ ਅਤੇ ਜ਼ਿੰਦਗੀ ਦਾ ਆਨੰਦ ਲਈਏ। ਜਿਉਣਾ ਸਫਲ ਹੋ ਜਾਣਾ ਹੈ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ, ਬੜੇ ਪਿਆਰ ਦੇ ਨਾਲ ਸ਼ਰਵਣ ਕੀਤਾ, ਸਾਰਿਆਂ ਦਾ ਧੰਨਵਾਦ। ਬੋਲਦਿਆਂ ਪਾਸੋਂ ਗੁਰਬਾਣੀ ਦੀ ਵਿਚਾਰ ਕਰਦਾ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਹੋ ਸਕਦਾ ਬੜੀ ਹੋਰ ਵੀ ਡੂੰਘਾਈ 'ਚ ਵਿਚਾਰ ਹੋ ਸਕਦੀ ਹੋਵੇ, ਪਰ ਜਿੰਨੀ ਗੁਰੂ ਮੱਤ ਬਖਸ਼ਦਾ ਆਪਾਂ ਸਾਂਝੀ ਕਰਦੇ ਹਾਂ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਜੀ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।